ਸਭ ਰੰਗ। ਮੈਂ MP ਸਿੰਘ ਤੇ ਮੇਰੇ ਨਾਲ ਨੇ ਸਾਡੇ ਸੀਨੀਅਰ ਹੋਸਟ ਸਰਦਾਰ ਹਰਪ੍ਰੀਤ ਸਿੰਘ ਜਵੰਦਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਵੰਦਾ ਜੀ, ਇੰਡੀਆ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ। ਅੰਦੋਲਨ ਇਸ ਕਰਕੇ ਚੱਲ ਰਿਹਾ ਕਿ ਉੱਥੋਂ ਦੀ ਸਰਕਾਰ ਨੇ, ਭਾਰਤ ਸਰਕਾਰ ਨੇ ਕੁਛ ਖੇਤੀ ਕਾਨੂੰਨ ਇਸ ਤਰੀਕੇ ਦੇ ਬਣਾਏ ਜਿਹਦਾ ਸਿੱਧਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ, ਵੱਡਿਆਂ ਲੋਕਾਂ ਨੂੰ ਹੋ ਰਿਹਾ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਨਾਂ ਹੇਠ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਸ਼ਾਇਦ ਉੱਥੋਂ ਦੀ ਸਰਕਾਰ ਸਮਝਦੀ ਸੀਗੀ ਕਿ ਅਸੀਂ ਕਾਰਪੋਰੇਟ ਘਰਾਣਿਆਂ ਦੀ ਪਿੱਠ ਥਾਪੜ ਰਹੇ ਹਾਂ ਤੇ ਇਹਨਾਂ ਸਿੱਧੇ ਸਾਦੇ ਭੋਲੇ ਭਾਲੇ ਲੋਕਾਂ ਨੂੰ, ਕਿਸਾਨਾਂ ਨੂੰ ਪਤਾ ਹੀ ਨਹੀਂ ਲੱਗਣਾ। ਕਿਸਾਨ ਇੰਨੇ ਇੰਟੈਲੀਜੈਂਟ ਹੋ ਚੁੱਕੇ, ਹੁਣ ਇੰਨੇ ਸਿਆਣੇ ਹੋ ਚੁੱਕੇ ਆ, ਉਹਨਾਂ ਨੂੰ ਆਪਦੇ ਭਲੇ ਬੁਰੇ ਦਾ ਚੰਗੀ ਤਰ੍ਹਾਂ ਪਤਾ ਲੱਗਣ ਲੱਗ ਪਿਆ। ਕਾਰਪੋਰੇਟ ਘਰਾਣਿਆਂ ਦਾ ਜਿਹੜਾ ਇੰਪੈਕਟ ਹੈ ਇੱਕ ਆਮ ਆਦਮੀ ਦੀ ਜ਼ਿੰਦਗੀ ਤੇ, ਉਹ ਕੀ ਹੈ ਜੀ? ਕਾਰਪੋਰੇਟ ਘਰਾਣਿਆਂ ਦਾ ਇੰਪੈਕਟ ਜੇ ਤੁਸੀਂ ਸਿੰਪਲ ਲੇਮੈਨਸ ਲੈਂਗੁਏਜ 'ਚ ਪੁੱਛੋ ਨਾ, 1700 ਰੁਪਈਏ ਕੁਇੰਟਲ ਨੂੰ ਕਣਕ ਵਿਕਦੀ ਹੈ। ਠੀਕ ਹੈ ਜੀ। ਅਤੇ 1700 ਰੁਪਈਏ ਨੂੰ ਕੁਇੰਟਲ ਕਣਕ ਜਦੋਂ ਜੱਟ ਵੇਚਦਾ ਹੈ, ਔਰ ਜਦੋਂ ਉਹ ਅਲਟੀਮੇਟਲੀ ਸ਼ਹਿਰ 'ਚ ਪਹੁੰਚਦੀ ਹੈ, ਲਿਫਾਫੇ ਛੋਟੇ 'ਚ ਬੰਦ ਹੁੰਦੀ ਹੈ, ਅਤੇ 4 ਕਿਲੋ ਦਾ ਜਾਂ 5 ਕਿਲੋ ਦਾ ਲਿਫਾਫਾ ਜਿਹੜਾ ਉਹ 250 ਤੋਂ ਲੈ ਕੇ 300 ਰੁਪਈਏ ਤੱਕ ਆਉਂਦਾ। ਠੀਕ ਹੈ ਜੀ। ਯਾਨੀ ਕਿ ਤੁਸੀਂ ਇਮੈਜਿਨ ਕਰੋ ਕਿ 50 ਰੁਪਏ ਨੂੰ ਆਟਾ ਕਿਲੋ, 50 ਰੁਪਏ ਨੂੰ ਕਿਲੋ। ਤੁਸੀਂ ਜਿਹੜਾ 1700 ਨੂੰ ਉਹਨੂੰ ਤੁਸੀਂ ਡਿਵਾਈਡ ਕਰੋ 50 ਦੇ ਨਾਲ। ਠੀਕ ਹੈ ਜੀ। 50 ਦੇ ਨਾਲ ਡਿਵਾਈਡ ਕਰੋ ਅਤੇ ਤੁਹਾਡਾ ਬਣਦਾ ਜੀ ਤਕਰੀਬਨ 30 ਰੁਪਈਏ, 30 ਰੁਪਏ ਸਮਥਿੰਗ ਨਾ। ਜਦੋਂ ਤੁਹਾਡੇ ਕੋਲ ਆਉਂਦਾ ਉਦੋਂ ਮਿਲਦਾ ਤੁਹਾਨੂੰ 50 ਰੁਪਈਏ। ਨਹੀਂ ਜੀ, 1700 ਰੁਪਏ ਨੂੰ ਕੁਇੰਟਲ ਹੋਇਆ ਤੇ ਫਿਰ 17 ਰੁਪਏ ਕਿਲੋ ਹੋਇਆ। 17 ਰੁਪਏ ਕਿਲੋ ਹੋਇਆ, ਸਿੱਧਾ ਹੀ ਹਿਸਾਬ। ਉੱਥੇ ਖਰਚਾ ਪਾ ਲਓ, 10 ਰੁਪਏ ਖਰਚਾ ਪਾ ਲਓ, ਚਲੋ ਵੱਧ ਤੋਂ ਵੱਧ 27 ਰੁਪਏ ਹੋਊਗਾ ਤੇ ਉਹ 50 ਰੁਪਏ ਦਾ ਵਿਕਦਾ ਪਿਆ। ਹਾਂ, ਉਹ 50 ਰੁਪਏ ਦਾ ਵਿਕਦਾ ਪਿਆ। ਠੀਕ ਹੈ ਜੀ। ਨਹੀਂ, ਪਰ ਇਹ ਜਿਹੜਾ ਇੱਦਾਂ ਦੀ ਤੁਸੀਂ ਕੈਲਕੂਲੇਸ਼ਨ ਦੱਸੀ ਆ, ਇਹ ਕਈ ਵਾਰੀ ਸਾਨੂੰ ਇੱਦਾਂ ਲੱਗਦਾ ਹੁੰਦਾ, ਸਬਜ਼ੀ ਦੀ ਦੁਕਾਨ ਤੇ ਜਾਓ ਤੇ ਸਾਨੂੰ ਲੱਗਦਾ ਹੁੰਦਾ ਯਾਰ ਵੀ ਇਹ ਜਿਹੜਾ ਗੋਭੀ ਵੇਚ ਰਹੇ ਆ, ਇਹ ਵੇਚਦੇ ਪਏ ਆ 40 ਰੁਪਏ ਕਿਲੋ। ਹਾਂਜੀ। ਤੇ ਇਹਨੇ ਤਾਂ 40 ਰੁਪਏ ਦੀ ਟੋਕਰੀ ਲਈ ਹੋਈ ਸੀ ਮੰਡੀ ਚੋਂ। ਅਸੀਂ ਉਸ ਛੋਟੇ ਦੁਕਾਨਦਾਰ ਨੂੰ ਆਪਣਾ ਦੁਸ਼ਮਣ ਸਮਝਦੇ ਹਾਂ ਕਿ ਸਾਡੇ ਅਸਲ 'ਚ ਜੇਬ ਤੇ ਡਾਕਾ ਇਹ ਮਾਰ ਰਿਹਾ। ਉਹ ਕਾਰਪੋਰੇਸ਼ਨ ਘਰਾਣਿਆਂ ਦੀ ਬਾਰੇ ਤਾਂ ਗੱਲ ਹੀ ਹੁਣ ਸਮਝ ਲੱਗੀ ਆ ਕਿ ਅਸਲ ਵਿੱਚ ਸਭ ਤੋਂ ਵੱਡਾ ਹੱਥ ਤਾਂ ਉਹਨਾਂ ਦਾ। ਹਾਂਜੀ, ਮੈਂ ਤੁਹਾਨੂੰ ਨਾ ਬਿਲਕੁਲ ਠੀਕ ਹੈ ਤੁਹਾਡੀ ਗੱਲ। ਮੈਂ ਤੁਹਾਨੂੰ ਪ੍ਰੈਜ਼ੈਂਟ ਜਿਹੜਾ ਸਟਰਕਚਰ ਹੈ ਨਾ, ਸਿੰਪਲ ਲੈਂਗੁਏਜ ਦੱਸਦਾ ਕਿ ਕਾਰਪੋਰੇਟਸ ਜਿਹੜਾ ਉਹ ਹਮੇਸ਼ਾ ਪ੍ਰੋਫਿਟ ਦੇਖਦਾ ਹੈਗਾ। ਠੀਕ ਹੈ ਜੀ। ਈਵਨ ਜਿਹੜੇ ਬਹੁਤ ਵੱਡੇ ਜਿਹੜੇ ਡੋਨੇਸ਼ਨ ਦਿੰਦੇ ਨੇ, ਸਾਰਾ ਉਹਨਾਂ ਬਾਰੇ ਵੀ ਕਲੀਅਰ ਹੋ ਚੁੱਕਾ ਹੈ। ਉਹਨਾਂ ਦਾ ਕੀ ਹੁੰਦਾ ਹੈ ਕਿ ਇੱਕ ਸਰਕਾਰ ਜਿਹੜੀ ਹੈ, ਜਿਹਨੇ ਸਰਕਾਰ ਸਿਸਟਮ ਨੂੰ ਚਲਾਉਣਾ ਹੈਗਾ ਕੰਟਰੀ ਦੇ ਨੂੰ, ਉਹ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਉਹਨਾਂ ਦੇ। ਠੀਕ ਹੈ ਜੀ। ਉਹ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰਦੀ ਹੈ। ਠੀਕ ਹੈ ਜੀ। ਇਲੈਕਸ਼ਨ 'ਚ ਫੰਡ ਦਿੰਦੇ ਆ। ਹਾਂ, ਤੁਹਾਨੂੰ ਇਲੈਕਸ਼ਨ ਜਿੱਤਣ ਵਾਸਤੇ ਕਿੰਨੇ ਪੈਸੇ ਚਾਹੀਦੇ? ਉਹ ਕਹਿੰਦੇ ਸਾਨੂੰ 1000 ਕਰੋੜ ਚਾਹੀਦਾ। ਉਹ ਕਹਿੰਦੇ ਚੱਕੋ 1500 ਕਰੋੜ, 2000 ਕਰੋੜ ਚੱਕੋ। ਠੀਕ ਹੈ ਜੀ। ਲੇਕਿਨ ਆਹ ਸਾਡੀਆਂ 2-3 ਚੀਜ਼ਾਂ ਹੈਗੀਆਂ ਨੇ, ਇਹ ਤੁਸੀਂ ਇੰਪਲੀਮੈਂਟ ਕਰਨੀਆਂ ਨੇ ਜਦੋਂ ਤੁਸੀਂ ਪਾਵਰ 'ਚ ਆ ਗਏ। ਠੀਕ ਹੈ ਜੀ। ਉਹਨਾਂ ਦੇ ਸਾਹਮਣੇ 3-4 ਸ਼ਰਤਾਂ ਹੁੰਦੀਆਂ, 4-5, 10 ਜਿੰਨੀਆਂ ਮਰਜ਼ੀ ਹੁੰਦੀਆਂ। ਇੱਕ ਪਾਸੇ ਹੁੰਦਾ ਕੁਰਸੀ ਹੁੰਦੀ ਹੈ, ਉਹ ਪੈਸਾ ਚੱਕਦੇ ਆ, ਵੰਡਦੇ ਜਿਸ ਤਰ੍ਹਾਂ ਮਰਜ਼ੀ। ਉਹ ਈਵਨ ਹੈਲੀਕਾਪਟਰ ਵੀ, ਜਹਾਜ਼ ਵੀ, ਸਾਰਾ ਪਤਾ ਹੀ ਹੈ ਤੁਹਾਨੂੰ, ਯੂਜ਼ ਕਰਦੇ ਆ। ਉਹ ਜਦੋਂ ਇੱਕ ਵਾਰੀ ਪਾਵਰ 'ਚ ਆ ਜਾਂਦੇ ਆ, ਫਿਰ ਉਹਨਾਂ ਦੇ ਉੱਤੇ ਇੱਕ ਤਲਵਾਰ ਲਟਕਦੀ ਹੈ ਕਿ ਆਪਾਂ ਜਿਸ ਬੇਸ 'ਤੇ, ਜਿਸ ਪ੍ਰੋਮਿਸ ਕਰਕੇ ਆਏ ਆ ਪਾਵਰ 'ਚ, ਉਹ ਸਾਨੂੰ ਹੁਣ ਉਹਨਾਂ ਦਾ ਪੂਰਾ, ਉਹਨਾਂ ਨੂੰ ਪ੍ਰੈਸ਼ਰ ਵੀ ਹੁੰਦਾ, ਪੈਸੇ ਦਿੱਤੇ ਆ। ਹਾਂਜੀ, ਇਨਵੈਸਟਮੈਂਟ ਹੈ ਇੱਕ ਕਿਸਮ ਦੀ। ਠੀਕ ਹੈ ਜੀ। ਉਹਨਾਂ ਲੋਕਾਂ ਦੀ ਜਿੱਥੋਂ ਪੈਸੇ ਉਧਾਰ ਚੱਕੇ ਆ। ਫਿਰ ਉਹ ਜਦੋਂ ਰਿਟਰਨ ਦਾ ਵੇਲਾ ਆਉਂਦਾ ਹੈਗਾ, ਉਹਨਾਂ ਨੂੰ ਇਹ ਵੀ ਡਰ ਹੁੰਦਾ ਕਿ ਜੇ ਹੁਣ ਮੁੱਕਰ ਗਏ, ਠੀਕ ਹੈ ਜੀ, ਅਗਲੀ ਇਲੈਕਸ਼ਨ ਜਿਹੜੇ ਬੰਦੇ ਨੇ ਫੰਡ ਕੀਤਾ ਉਹਦੇ 'ਚ ਇੰਨੀ ਪਾਵਰ ਵੀ ਹੈ ਕਿ ਕੁਝ ਲੈਣ ਦੇਣ ਕਰਕੇ ਸਾਡੇ ਤਖਤਾ ਪਲਟਾ ਸਕਦੇ। ਬਿਲਕੁਲ। ਠੀਕ ਹੈ ਜੀ। ਮਤਲਬ ਉਹ ਕੁੜੀਕੀ 'ਚ ਫਸਿਆ, ਉਹ ਫਿਰ ਕਿਤੇ ਹੋਰ ਜਾ ਨਹੀਂ ਸਕਦਾ। ਠੀਕ ਹੈ ਜੀ। ਦੂਜੇ ਪਾਸੇ ਕਿਸਾਨ ਜਿਹੜਾ ਕੋਈ 5 ਕਿੱਲੇ ਦਾ ਮਾਲਕ ਹੈ, ਕੋਈ 2 ਕਿੱਲੇ ਦਾ, 3 ਕਿੱਲੇ ਦਾ, ਉਹ ਵੱਧ ਤੋਂ ਵੱਧ ਕੀ ਹੈ, ਕਚਹਿਰੀ ਤੱਕ ਜਾਣਾ ਵੀ ਔਖਾ ਹੁੰਦਾ ਉਹਦੇ ਵਾਸਤੇ। ਬਿਲਕੁਲ। ਠੀਕ ਹੈ ਜੀ। ਉਹਨੂੰ ਤਾਂ ਪਟਵਾਰੀ ਦੇਖ ਕੇ ਉਹਨੂੰ ਪਸੀਨਾ ਆਉਣ ਲੱਗ ਜਾਂਦਾ। ਉਹ ਫਿਰ ਕਰਦਾ, ਠੀਕ ਹੈ ਜੀ, ਆਹ ਚੀਜ਼ਾਂ ਨੇ, MP ਨੇ ਪਾਰਲੀਮੈਂਟ 'ਚ ਪਾਸ ਕਰਾਓ ਅਤੇ ਕਾਰਪੋਰੇਟ ਜਿਹੜੇ ਉਹਨਾਂ ਨੂੰ ਖੁਸ਼ ਕਰ ਦਿਓ। ਔਰ ਦੇਖੋ ਇੱਕ ਚੀਜ਼ ਜਿਹੜਾ ਅਨਫੋਰਚੂਨੇਟ ਆਸਪੈਕਟ ਇਹ ਦੇਖੋ ਕਿ ਜਿਹੜੀ ਪਾਰਟੀ ਨੇ ਪਾਵਰ 'ਚ ਆਉਣਾ ਹੁੰਦਾ
ਉਹ ਪਹਿਲਾਂ ਹੀ ਇੰਡੀਕੇਸ਼ਨ ਦੇ ਦਿੰਦੀ ਕਿ ਤੁਸੀਂ ਆਪਣਾ ਸਿਸਟਮ ਪਹਿਲਾਂ ਬਣਾਉਣਾ ਸ਼ੁਰੂ ਕਰ ਦਿਓ। ਠੀਕ ਹੈ ਜੀ, ਕਿਉਂਕਿ ਆਪਾਂ ਬਿੱਲ ਪਾਸ ਕਰਵਾ ਦੇਣੇ ਹੈਗੇ। ਇਹਦੀ ਵਿਜ਼ੀਬਲ ਐਗਜ਼ਾਮਪਲ ਤੁਹਾਨੂੰ ਦੱਸਦਾ। ਹਾਂਜੀ, ਉੱਥੇ ਸਟੋਰੇਜ ਹੋਣੀ ਸ਼ੁਰੂ ਹੋ ਗਈ ਆ, ਲਾਈਨਾਂ ਵਿਛਣੀਆਂ ਸ਼ੁਰੂ ਹੋ ਗਈਆਂ, ਲਾਈਨਾਂ ਵਿਛ ਗਈਆਂ, ਠੀਕ ਹੈ ਜੀ। ਬਿਲਕੁਲ। ਔਰ ਉਹ ਪ੍ਰੋਸੈਸ ਉਦੋਂ ਸਟਾਰਟ ਹੋਇਆ ਜਦੋਂ ਇਹਨਾਂ ਦੀ ਗੱਲ ਵੀ ਨਹੀਂ ਸੀ ਹੋ ਰਹੀ ਪਬਲਿਕਲੀ। ਚਲੋ ਮੈਂ ਇੱਕ ਕਨਸੈਪਟ ਸਮਝਣਾ ਚਾਹੁੰਦਾ ਸੀ ਜੀ। ਹੁਣ ਇੱਕ ਕਨਸੈਪਟ ਜਿਹੜਾ ਹੋਰ ਹੈ ਵੀ ਕਈ ਗੱਲਾਂ ਚੁੱਪ ਚਪੀਤੇ ਹੋ ਜਾਂਦੀਆਂ। ਫਾਰ ਐਗਜ਼ਾਮਪਲ ਕੋਈ ਜ਼ਮਾਨਾ ਸੀ ਜੀ, ਟੈਲੀਫੋਨ ਕਰਨ ਵਾਸਤੇ ਤੁਹਾਨੂੰ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਠੀਕ ਹੈ ਜੀ, ਫਿਰ ਜਾਣਾ ਉੱਥੇ, ਉਹ ਜਿਹੜਾ ਟੈਲੀਫੋਨ ਆਫਿਸ ਹੋਣਾ, ਉੱਥੇ ਜਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਵੇਟ ਕਰਨੀ ਪੈਣੀ। ਫਿਰ ਮਸਾਂ ਹੀ ਟਰੰਕ ਕਾਲ ਲੱਗਣੀ, ਜੇ ਲੱਗਣੀ ਆ ਤਾਂ ਵੱਧ ਤੋਂ ਵੱਧ 3 ਮਿੰਟ ਦੀ, ਮਿੰਟਾਂ ਪਾ ਕੇ ਤੁਸੀਂ ਉਹਨੂੰ 6 ਮਿੰਟ ਦੀ ਕਰਵਾ ਸਕਦੇ ਸੀਗੇ। ਤੇ ਸਾਡੀ ਦਿਹਾੜੀ ਸਾਰੀ ਜਿਹੜੀ ਸੀ ਉਹ ਇੱਕ ਗੱਲ ਕਰਨ ਤੇ ਹੀ ਗਲ ਜਾਂਦੀ ਸੀ। ਠੀਕ ਹੈ ਜੀ, ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਸ਼ਹਿਰਾਂ ਛੋਟਿਆਂ 'ਚ, ਕਸਬਿਆਂ 'ਚ, ਈਵਨ ਪਿੰਡਾਂ 'ਚ STD ਲੱਗ ਗਈਆਂ। ਠੀਕ ਹੈ ਜੀ, ਲੋਕੀ ਘਰੋਂ ਬਾਹਰ ਨਿਕਲਦੇ ਸੀ, ਨਾਲ ਦੀ ਦੁਕਾਨ ਤੇ ਕਰਿਆਨੇ ਦੀ ਦੁਕਾਨ ਆ ਜਾਂ ਕੋਈ ਸਬਜ਼ੀ ਵਾਲੀ ਵੀ ਦੁਕਾਨ ਆ, ਉੱਥੇ STD ਬੂਥ ਬਣਿਆ ਹੈ, ਕਾਲ ਕਰੋ ਤੇ ਘਰ ਆ ਜਾਓ। ਫਿਰ ਹੌਲੀ ਹੌਲੀ ਤੁਸੀਂ ਦੇਖੋ ਕੀ ਬਣ ਗਿਆ, STD ਫੈਸਿਲਿਟੀ ਲੋਕਾਂ ਦੇ ਘਰਾਂ 'ਚ ਮਿਲਣ ਲੱਗ ਗਈ। ਹੁਣ ਤਾਂ ਮਤਲਬ ਸਾਰਾ ਕੁਝ ਦੇਖੋ ਫਟਾਫਟ ਚੇਂਜ ਹੋ ਗਿਆ। ਔਰ ਇਹ ਚੇਂਜ ਕਰਨ ਦੇ ਵਿੱਚ ਵੀ ਸਰਕਾਰ ਨੇ ਜਿਹੜਾ ਆਪਣਾ ਇਨਫਰਾਸਟਰਕਚਰ ਸੀਗਾ ਉਹ ਉਹਨਾਂ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤਾ, ਚੁੱਪ ਚਪੀਤੇ ਦੇ ਦਿੱਤਾ। ਸਾਨੂੰ ਲੱਗਣ ਲੱਗ ਪਿਆ ਕਿ ਇਹ ਸਰਕਾਰ ਨੇ ਬੜੀ ਵੱਡੀ ਸਹੂਲਤ ਦੇ ਦਿੱਤੀ। ਅਸਲ ਵਿੱਚ ਕੀ ਹੈਗਾ ਕਿ ਉਹ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਆ ਉਹਨੂੰ ਫਾਇਦਾ ਦਿੱਤਾ, ਜਿਹੜਾ ਅਰਬਾਂ ਖਰਬਾਂ ਰੁਪਏ ਦਾ ਸੀਗਾ ਇਨਫਰਾਸਟਰਕਚਰ ਉਹ ਉਹਨੂੰ ਕੌਡੀਆਂ ਦੇ ਭਾਅ ਤੇ ਟਰਾਂਸਫਰ ਕਰਤਾ। ਛੋਟੀ ਜਿਹੀ ਗੱਲ, ਮੇਰੇ ਦਿਮਾਗ 'ਚ ਕੁਐਸਚਨ ਆ ਰਿਹਾ ਸੀਗਾ, ਊਬਰ ਹੈ ਜੀ, ਆਪਾਂ ਊਬਰ ਦੀ ਗੱਲ ਹੋ ਗਈ। ਵਿਨੀਪੈਗ ਦੇ ਵਿੱਚ ਊਬਰ ਦਾ ਵਿਰੋਧ ਬਹੁਤ ਹੋਇਆ। 2 ਵੱਡੀਆਂ ਕੰਪਨੀਆਂ ਸਾਡੀਆਂ ਟੈਕਸੀ, ਜਿਹਦੇ 'ਚ ਸਾਡੀ ਕਮਿਊਨਿਟੀ ਬਹੁਤ ਹੀ ਜ਼ਿਆਦਾ ਇਨਵੋਲਵ ਹੈ, ਯੂਨੀਸਿਟੀ ਤੇ ਦੂਸਰੀ ਹੈਗੀ ਆ ਡਫੀ, ਜਿਹਦੇ ਵਿੱਚ ਘੱਟੋ ਘੱਟ ਮੈਨੂੰ ਲੱਗਦਾ ਕਿ ਸਾਡੇ 2000 ਪਰਿਵਾਰ ਤਾਂ ਉਹਦੇ ਨਾਲ ਜੁੜੇ ਹੋਣ। ਠੀਕ ਹੈ ਜੀ, ਕੋਈ ਓਨਰ ਹੈਗੇ ਆ, ਕੋਈ ਓਪਰੇਟਰ ਹੈਗੇ ਆ, ਕੋਈ ਡਰਾਈਵਰ ਹੈ। ਠੀਕ ਹੈ ਜੀ, ਇਹ ਇੰਨੇ ਲੋਕ ਜੁੜੇ ਹੋਏ ਆ ਤੇ ਇਹ ਸਾਰੇ ਵਿਰੋਧ ਕਰਦੇ ਸੀਗੇ ਕਿ ਜੇ ਊਬਰ ਆ ਗਈ ਤੇ ਇਹਨੇ ਸਾਡੇ ਬਿਜ਼ਨਸ ਨੂੰ ਬਹੁਤ ਵੱਡਾ ਘਾਟਾ ਪਾਉਣਾ। ਠੀਕ ਹੈ ਜੀ, ਪਰ ਸਰਕਾਰ ਕਿੱਥੇ ਟਲੀ ਜੀ। ਆਨੇ ਬਹਾਨੇ ਕਰਾ ਕੇ ਉਹਨਾਂ ਨੇ ਪਹਿਲਾਂ ਪ੍ਰੋਵਿੰਸ ਤੋਂ ਉਹਨੂੰ ਸਿਟੀ ਤੇ ਲੈ ਆਂਦਾ, ਲਾਈਕ ਸਿਟੀ ਦੇ ਵਿੱਚ ਕਹਿਤਾ ਵੀ ਸਿਟੀ ਦੀ ਮਰਜ਼ੀ ਹੈ ਜੀ, ਜਿੱਦਾਂ ਮਰਜ਼ੀ ਕਰੇ, ਅਸੀਂ ਇਹ ਕੰਮ ਆਪਦੇ ਜ਼ਿੰਮੇ ਰੱਖਣਾ ਹੀ ਨਹੀਂ। ਪ੍ਰੋਵਿੰਸ ਨੇ ਕਹਿਤਾ, ਸਿਟੀ ਨੇ ਕਦੀ ਕੋਈ ਬਹਾਨਾ ਕਦੀ ਕੋਈ ਬਹਾਨਾ, ਵੱਡੀਆਂ ਵੱਡੀਆਂ ਕਾਨਫਰੰਸਾਂ ਹੋਈਆਂ, ਮੀਟਿੰਗਾਂ ਹੋਈਆਂ, ਚੁੱਪ ਕਰਕੇ ਊਬਰ ਆ ਗਈ। ਉਹਦਾ ਚੰਗਾ ਅਸਰ ਪਿਆ, ਮਾੜਾ ਅਸਰ ਪਿਆ, ਮੈਂ ਉੱਤੇ ਗੱਲ ਨਹੀਂ ਕਰਦਾ, ਪਰ ਊਬਰ ਇੱਕ ਇਹੋ ਜਿਹੀ ਕੰਪਨੀ ਹੈ ਜਿਹਦੀ ਆਪਦੀ ਕੋਈ ਕਾਰ ਨਹੀਂ ਔਰ ਪੂਰੇ ਵਰਲਡ ਵਿੱਚ ਹੈਗੀ। ਇਹ ਵੀ ਤਾਂ ਕਾਰਪੋਰੇਟ ਦਾ ਹੀ ਇੱਕ ਕਾਰਪੋਰੇਟ ਹੈ ਜੀ, ਇਹਨੂੰ ਕੋਈ ਨਾ ਕੋਈ ਕੰਟਰੋਲ ਕਰਦਾ, ਕੋਈ ਨਾ ਕੋਈ ਸਿਸਟਮ ਹੈ, ਐਪ ਬਣੀ ਹੈ ਜਿਹੜੀ। ਠੀਕ ਹੈ ਜੀ, ਹੁਣ ਐਮਾਜ਼ੋਨ ਹੈ ਜੀ, ਐਮਾਜ਼ੋਨ ਇੱਕ ਇੱਦਾਂ ਦੀ ਕੰਪਨੀ ਹੈ ਜਿਹੜੀ ਤੁਹਾਨੂੰ ਘਰ ਬੈਠੇ ਹੀ ਤੁਹਾਨੂੰ ਚੀਜ਼ ਬਾਏ ਕਰਨ ਦਾ ਜਿਹੜਾ ਤੁਹਾਡਾ ਹੀਲਾ ਵਸੀਲਾ ਕਰ ਦਿੰਦੇ ਹੈਗੇ। ਤੁਹਾਨੂੰ ਜਿਹੜੀ ਚੀਜ਼ ਨੂੰ ਮਰਜ਼ੀ ਹੱਥ ਲਾਓ ਤੁਸੀਂ, ਉਹ ਕਹਿੰਦੇ ਤੁਹਾਡੇ ਘਰ ਪਹੁੰਚਾ ਦਿੰਦੇ। ਉਹ ਕਈ ਵਾਰੀ ਇੱਥੋਂ ਤੱਕ ਲਾਲਚ ਦਿੰਦੇ ਤੁਹਾਨੂੰ ਸਸਤੀ ਦੇ ਦਿੰਦੇ। ਤੁਸੀਂ ਸਟੋਰ 'ਚ ਜਾਓਗੇ, ਉੱਥੇ ਕਈ ਕੁਛ ਹੋਰ ਪੰਗੇ ਹੈਗੇ, ਤੁਹਾਨੂੰ ਘਰੇ ਸਸਤੀ ਵੀ ਪ੍ਰੋਵਾਈਡ ਕਰ ਦਾਂਗੇ। ਉਹਦਾ ਆਪਦਾ ਕੋਈ ਪ੍ਰੋਡਕਟ ਨਹੀਂ। ਠੀਕ ਹੈ ਜੀ, ਫਿਰ ਤੁਸੀਂ ਦੇਖੋ ਵੀ ਫੇਸਬੁੱਕ ਹੈ ਜੀ, ਫੇਸਬੁੱਕ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਵੀ ਇਹ ਇੱਕ ਹੈਗੀ ਆ ਦੋਸਤਾਂ ਮਿੱਤਰਾਂ ਨਾਲ ਐਵੇਂ ਇੰਟਰੈਕਸ਼ਨ ਕਰਨ ਦੀ ਇੱਕ ਸਾਧਨ ਹੀ ਆ। ਠੀਕ ਹੈ, ਪਰ ਇੱਕ ਬਹੁਤ ਵੱਡਾ ਬਿਜ਼ਨਸ ਹੈ, ਬਿਲੀਅਨ ਡਾਲਰ ਦਾ ਬਿਜ਼ਨਸ। ਜਿਹਨੇ ਬੰਦੇ ਨੇ ਕਮਾਈ ਸ਼ੁਰੂ ਕੀਤੀ ਫੇਸਬੁੱਕ, ਛੋਟੀ ਜਿਹੀ ਉਮਰ ਦਾ ਲਵਾ ਜਿਹਾ ਬਲੂਰ ਜਿਹਾ ਮੁੰਡਾ, ਤੇ ਉਹ ਇਸ ਵੇਲੇ ਦੁਨੀਆ ਦੀ ਵੱਡੀ ਤਾਕਤ ਬਣ ਕੇ ਬੈਠਾ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਜਿਹੜੀ ਆ ਅਲੀਬਾਬਾ ਦਾ ਆਪਦਾ ਕੋਈ ਵੀ ਸਟਾਕ ਨਹੀਂ, ਆਪਦੀ ਕੋਈ ਇਨਵੈਂਟਰੀ ਨਹੀਂ ਹੈ। ਅਲੀਬਾਬਾ ਚਾਈਨਾ ਦੀ ਕੰਪਨੀ। ਠੀਕ ਹੈ ਜੀ, ਦੁਨੀਆ ਭਰ ਵਿੱਚ ਤਸੱਲੀ ਮਚਾਈ ਹੋਈ ਹੈ। ਇਹ ਨੈਟਫਲਿਕਸ ਹੈ ਜੀ, ਨੈਟਫਲਿਕਸ ਜਿਹੜੀ ਉਹਦਾ ਕੋਈ ਆਪਦਾ ਟੀਵੀ ਚੈਨਲ ਥੋੜੀ ਹੈ, ਪਰ ਤੁਸੀਂ ਜਿਹੜੀ ਮਰਜ਼ੀ ਪਿਕਚਰ ਦੇਖ ਲਓ। ਇਸੇ ਤਰ੍ਹਾਂ ਹੀ ਜਿਹੜੀ ਹੈਗੀ ਆ ਬਿਟਕੋਇਨ ਨਾਂ ਸੁਣਿਆ, ਬਿਟਕੋਇਨ ਚਾਰੇ ਪਾਸੇ ਹੋਈ ਜਾਂਦੀ ਹੈਗੀ ਆ। ਆਪਦੀ ਕਰੰਸੀ ਦਾ ਇੱਕ ਸਿੱਕਾ ਵੀ ਹੈ ਨਹੀਂ, ਇੱਕ ਜਿਹਨੂੰ ਪੈਨੀ ਆਪਾਂ ਕਹਿੰਦੇ ਉਹ ਵੀ ਹੈ ਨਹੀਂ। ਇਹ ਸਾਰਾ ਕੁਝ ਜਿਹੜਾ ਇੱਕ ਵਰਲਡ ਵਾਈਡ ਹੀ ਚੱਲ ਰਿਹਾ। ਠੀਕ ਹੈ, ਔਰ ਵਰਲਡ ਨੇ ਬੜੇ ਆਰਾਮ ਨਾਲ ਹੀ ਇਹਨੂੰ ਅਸੈਪਟ ਕਰ ਲਿਆ। ਹੁਣ ਊਬਰ ਨੂੰ ਲੋਕੀ ਕਾਲ ਕਰ ਲੈਂਦੇ ਆ, ਕਹਿੰਦੇ ਜੀ ਸਸਤੀ ਬੜੀ, ਤੁਹਾਡੇ ਘਰ ਮੂਹਰੇ ਆ ਜਾਂਦੀ, ਜਦੋਂ ਮਰਜ਼ੀ ਤੁਸੀਂ ਕਾਲ ਕਰੋ। ਜਾਂ ਜਿਹਦੇ ਕੋਲ ਕਾਰ ਆ ਉਹ ਕਹਿੰਦਾ ਮੈਂ 40 ਕਿਲੋਮੀਟਰ ਤੋਂ ਆਉਣਾ ਸੀਗਾ ਤੇ ਮੈਂ ਸੋਚਿਆ ਚਲੋ 2 ਸਵਾਰੀਆਂ ਵੀ ਲੈ ਜਾਂਦੇ ਨਾਲ, ਹਾਂਜੀ, ਤੇਲ ਦਾ ਕਿਰਾਇਆ ਖਰਚਾ ਨਿਕਲ ਜੂ। ਇੱਕ ਇਹੋ ਜਿਹਾ ਸੈਟਅਪ
ਇਹ ਕਾਰਪੋਰੇਟ ਲੋਕ ਬਣਾ ਦਿੰਦੇ ਹੈਗੇ ਆ, ਜਿਹੜਾ ਲੋਕਾਂ ਨੂੰ ਲੱਗਣ ਲੱਗ ਪੈਂਦਾ ਕਿ ਸਾਡੀ ਸਹੂਲਤ ਹੋ ਗਈ, ਅਸੀਂ ਸੁਖੀ ਹੋ ਗਏ। ਪਰ ਇੰਡੀਆ ਦੇ ਵਿੱਚ ਇਹੀ ਕਾਰਪੋਰੇਟ ਜਿਹੜੇ ਹੈਗੇ ਆ ਉਹ ਇਹੋ ਜਿਹੇ ਕਾਨੂੰਨ ਉਹਨਾਂ ਦੇ ਲਈ ਘੜੇ ਗਏ ਆ, ਇਹੋ ਜਿਹੇ ਕਾਨੂੰਨ ਉਹਨਾਂ ਵਾਸਤੇ ਬਣਾ ਦਿੱਤੇ ਗਏ ਆ, ਕਹਿਣ ਨੂੰ ਭਾਵੇਂ ਇਹ ਕਿਸਾਨਾਂ ਦੀ ਖੁਸ਼ਹਾਲੀ ਲਈ ਬਣਾਏ ਆ, ਪਰ ਅਸਲ ਵਿੱਚ ਤਾਂ ਉਹ ਕਾਰਪੋਰੇਟ ਦੀ ਖੁਸ਼ਹਾਲੀ ਲਈ ਬਣਾਏ ਗਏ। ਇਸੇ ਕਰਕੇ ਤਿੱਖਾ ਵਿਰੋਧ ਹੋ ਰਿਹਾ ਉੱਥੇ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਮੈਂ ਤੁਹਾਨੂੰ ਨਾ ਇੱਕ ਮਾਰਕੀਟਿੰਗ ਇੰਪੈਕਟ ਜਾਂ ਮਾਰਕੀਟਿੰਗ ਜਿਹੜਾ ਕਲਚਰ ਹੈ ਨਾ ਉਹਦੇ ਬਾਰੇ ਦੱਸਦਾ। ਅੱਜ ਤੋਂ 20-25 ਸਾਲ 30 ਸਾਲ ਪਹਿਲੇ ਅੰਮ੍ਰਿਤਸਰੋਂ ਜਦੋਂ ਮੈਂ ਨਿਕਲਦਾ ਹੁੰਦਾ ਸੀ ਆਪਣੇ ਹੋਟਲ ਤੋਂ, ਤੇ ਰਸਤੇ 'ਚ ਰੇਹੜੀਆਂ ਲੱਗੀਆਂ ਹੁੰਦੀਆਂ ਸੀ, ਠੀਕ ਹੈ ਜੀ। ਇੱਕ ਜਗ੍ਹਾ ਤੋਂ ਉਦੋਂ ਚਲੋ ਸਸਤਾ ਜ਼ਮਾਨਾ ਸੀ, 50 ਰੁਪਏ ਵੱਧ ਤੋਂ ਵੱਧ ਸੇਬ ਕਿਲੋ ਹੁੰਦੇ ਸੀ ਜਾਂ 40 ਰੁਪਏ ਦੀ, ਇੰਨੇ ਕੁ ਉਹ ਵੇਰੀ ਕਰਦੇ ਸੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਸਿਟੀ ਆਫ ਅੰਮ੍ਰਿਤਸਰ ਨੇ ਉਹ ਸਾਰੇ ਚੁਕਾਤੇ, ਹਾਲੇ ਵੀ ਲੱਗਦੇ, ਮੈਂ ਇਹ ਨਹੀਂ ਕਹਿੰਦਾ ਨਹੀਂ ਲੱਗਦੇ, ਲੇਕਿਨ ਫਿਰ ਇੱਕ ਹੋਰ ਕਲਚਰ ਸ਼ੁਰੂ ਹੋਇਆ ਜੀ ਉੱਥੇ, ਮਾਲ ਕਲਚਰ ਸ਼ੁਰੂ ਹੋਇਆ, ਜਿਹੜੇ ਮੇਰੇ ਆਉਣ ਤੋਂ ਬਾਅਦ ਉੱਥੇ ਬਣਿਆ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਉੱਥੇ ਬਣਨੀਆਂ ਸ਼ੁਰੂ ਹੋ ਗਈਆਂ, ਮਤਲਬ ਮਿਲਣੀਆਂ ਸ਼ੁਰੂ ਹੋ ਗਈਆਂ, ਵਿਕਣੀ ਸ਼ੁਰੂ ਹੋ ਗਈਆਂ। ਹੁਣ ਜਿਹੜਾ ਬੰਦਾ ਰੇਹੜੀ ਤੇ ਟੌਰ ਦੇ ਨਾਲ ਉਹਨੂੰ ਕਹਿੰਦਾ ਸੀ ਘੱਟ ਕਰ ਯਾਰ ਥੋੜਾ ਜਿਹਾ, ਮੈਂ ਦੋ, ਉਹ ਚੁੱਪ ਕਰਕੇ ਕੰਨ ਰੇਟ ਕੇ ਉੱਥੇ ਪੇ ਕਰਕੇ ਆ ਜਾਂਦਾ, ਜਿੱਥੇ ਪੇ ਵੀ ਵੱਧ ਵੀ ਪੇ ਕਰਦਾ, ਟੈਕਸੀ ਪੇ ਕਰਦਾ, ਠੀਕ ਹੈ ਜੀ। ਤੇ ਫਰਕ ਸਿਰਫ ਇੰਨਾ ਹੀ ਹੈ ਕਿ ਉਹ ਲਿਫਾਫੇ 'ਚ ਪਾ ਕੇ ਦਿੰਦਾ ਸੀ, ਉਹ ਫਸਟ ਕਲਾਸ ਤੁਹਾਨੂੰ ਪੋਲੀਥੀਨ ਦੇ ਬੈਗ 'ਚ ਪੈਕ ਕਰਕੇ ਦਿੰਦੇ। ਹਾਂਜੀ, ਉੱਥੇ ਕੀ ਹੈ ਕਿ ਜੇ ਮਾੜਾ ਮੋਟਾ ਜਿਹੜਾ ਬਾਹਰ ਦਾ ਬੰਦਾ ਕਲਚਰ ਜਿਹਨੇ ਦੇਖਿਆ, ਉਹ ਕਹਿੰਦਾ ਜੀ ਥੋੜੇ ਘੱਟ ਕਰ ਲਓ, ਉਹ ਕਹਿੰਦੇ ਘੱਟ ਕਰਨ ਬਾਹਰ ਜਾਓ ਤੁਸੀਂ, ਠੀਕ ਹੈ ਜੀ, ਕਾਰਪੋਰੇਟ ਜਿਹੜੇ ਨੇ, ਠੀਕ ਹੈ ਜੀ। ਜ਼ਰੂਰਤ ਹੀ ਨਹੀਂ ਪੈਂਦੀ ਕਿਸੇ ਦੀ, ਜ਼ਰੂਰਤ ਨਹੀਂ ਪੈਂਦੀ ਹੈ ਨਾ, ਲਾਈਕ ਵੱਧ ਤੋਂ ਕੀ ਹੈ ਡਿਸਕਾਊਂਟ ਦੇਖ ਲੈ। ਲੇਕਿਨ ਇਫੈਕਟ ਕੀ ਪਿਆ, ਜਿਹੜੀ 50 ਰੁਪਏ ਦੀ ਚੀਜ਼ 200 ਰੁਪਏ ਦੀ ਮਿਲ ਰਹੀ ਹੈ ਅੰਦਰ, ਜਾਂ 150 ਰੁਪਏ ਦੀ ਮਿਲ ਰਹੀ ਹੈ, ਜਿਹੜਾ ਇਨ ਬਿਟਵੀਨ 100 ਰੁਪਈਆ ਸੀ, ਉਹ ਅਸਲ ਵਿੱਚ ਜਿਹੜਾ ਕੰਜ਼ਿਊਮਰ ਜਿਹੜਾ ਜਿਹਨੂੰ ਬਾਹਰੋਂ 50 ਰੁਪਏ ਦੇ ਕੇਲੇ ਮਿਲਦੇ ਸੀ, 50 ਰੁਪਏ ਦੇ ਸੇਬ ਮਿਲਦੇ ਸੀ, ਉਹ ਪੇ ਕਰ ਰਿਹਾ। ਔਰ ਇਸੇ ਚੀਜ਼ ਵੱਲੋਂ, ਇਸੇ ਚੀਜ਼ ਨੂੰ ਬੇਸ ਮੰਨ ਕੇ, ਬੇਸ ਰੱਖ ਕੇ ਜਿਹੜੇ ਕਿਸਾਨ ਨੇ ਉਹ ਰੌਲਾ ਪਾ ਰਹੇ ਨੇ ਕਿ ਕੱਲ੍ਹ ਨੂੰ ਸਾਡੀ ਫਸਲ ਜਿਹੜੀ ਹੈ ਉਹ ਦੇਖੋ, ਮੈਂ ਪਤਾ ਨਹੀਂ ਕਿੰਨੇ ਮੀਟ੍ਰਿਕ ਟਨ ਜਿਹੜੇ ਨੇ ਉਹ ਕਪੈਸਿਟੀ, ਇੱਕ ਜਿਹੜਾ ਉਹ ਡੰਪ ਬਣੇ ਆ, ਜਿਹੜੇ ਬਣਾਏ ਆ ਹਰਿਆਣਾ 'ਚ, ਅੱਜ ਮੈਂ ਦੇਖ ਰਿਹਾ ਸੀ, ਉਹ ਇੱਕ ਦੀ ਕਪੈਸਿਟੀ ਹੈ। ਕਿਸਾਨਾਂ ਦੀ ਸਾਰੀ ਫਸਲ ਜਿਹੜੀ ਹੈ ਉਹ ਚੱਕ ਕੇ ਉੱਥੇ ਡੰਪ ਕਰ ਦਿੱਤੀ ਵਿੱਚ, ਠੀਕ ਹੈ ਜੀ। ਇੱਥੇ ਵੀ ਤੁਸੀਂ ਸਟੋਰੇਜ ਹੈਗੀ ਇੱਥੇ ਵੀ, ਹਾਂਜੀ, ਉਹ ਉੱਤੋਂ ਪੈਂਦੀ ਹੈ, ਥੱਲੇ ਉਹਦਾ ਇੱਕ ਰੈਗੂਲੇਟਰ ਥੱਲੇ ਨਿਕਲਦੇ ਨੇ ਨਾ, ਖੇਤਾਂ ਦੇ ਵਿੱਚ ਲਾਈਨ ਬਣੀ ਹੁੰਦੀ ਹੈ। ਹਾਂ, ਇੱਥੇ ਮੈਨੀ ਪਿਕਚਰ ਵੀ ਬਣੀ ਹੈ ਆਸੇ ਪਾਸੇ ਜਿਹੜੇ, ਉਹ ਜਦੋਂ ਅੱਛਾ ਉਹ ਜਿਹੜਾ ਸਟੋਰ ਕੀਤਾ ਹੈ ਕਣਕ ਹੈ, ਉਹ ਉਹਨਾਂ ਨੇ ਛੇੜਨੀ ਨਹੀਂ ਜੀ, ਸਿਸਟਮ ਇੱਦਾਂ ਦੇ ਉੱਥੇ ਪ੍ਰੋਕਿਓਰ ਕਰ ਸਕਦੇ ਆ। 2 ਮਹੀਨੇ ਰੱਖੀ, 3 ਮਹੀਨੇ ਰੱਖੀ, ਜਦੋਂ ਥੋੜਾ ਜਿਹਾ ਡਿਮਾਂਡ ਵਧੀ, ਉਦੋਂ ਫਿਰ ਉਹੀ ਕਣਕ ਜਿਹੜੀ ਹੈ, ਜਿਹੜੀ ਜੱਟਾਂ ਕੋਲੋਂ ਹੁਣ ਤੇ 1700 ਰੁਪਏ ਕੁਇੰਟਲ ਹੈ, ਉਸ ਟਾਈਮ ਤੇ ਬਿਹਾਰ ਤੇ ਯੂਪੀ ਵਾਂਗੂ 1000 ਨੂੰ ਕੁਇੰਟਲ ਵਿਕਣੀ ਹੈਗੀ ਹੈ। 1000 ਦਾ ਮਿਲ ਕੇ, ਯਾਨੀ ਕਿ 10 ਰੁਪਏ ਕਿਲੋ ਆਟਾ ਲੈ ਕੇ, 10 ਰੁਪਏ ਕਿਲੋ ਆਟਾ ਲੈ ਕੇ ਵੇਚਣਾ ਕਿੰਨੇ, 40-50 ਰੁਪਏ, 50, 60, 70 ਇੱਥੋਂ ਤੱਕ ਵੀ ਜਾ ਸਕਦੇ ਹੋ, ਠੀਕ ਹੈ ਜੀ। ਔਰ ਇਨ ਬਿਟਵੀਨ ਜਿਹੜਾ ਮਾਰਜਨ ਹੈ ਉਹ ਆਮ ਬੰਦੇ ਤੇ, ਜਿਹੜੇ ਸ਼ਹਿਰੀ ਬੰਦੇ ਇਹ ਸੋਚ ਕੇ ਬੈਠੇ ਆ ਕਿ ਇਹਦਾ ਸਾਡੇ ਤੇ ਇਫੈਕਟ ਪੈਣਾ ਨਹੀਂ ਹੈ। ਮੈਂ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਹੀ ਮੈਨੂੰ ਇਹ ਸੀਗਾ ਮੇਰਾ, ਕਿ ਜਦੋਂ ਅਸੀਂ ਕਹਿੰਦੇ ਆ, ਕਿਸਾਨ ਵੀ ਕਹਿੰਦੇ ਆ ਕਿ ਇਹ ਸਾਡੀ ਲੜਾਈ ਨਹੀਂ ਰਹਿ ਗਈ, ਇਹ ਕੰਮ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਵੀ ਆ, ਇਹ ਛੋਟੇ ਦੁਕਾਨਦਾਰਾਂ ਦੀ ਵੀ ਆ, ਇਹ ਮੁਲਾਜ਼ਮਾਂ ਦੀ ਵੀ ਆ, ਇਹ ਸਾਰੇ ਟੱਬਰ ਦੇ ਜੀਆਂ ਦੀ ਆ। ਤੇ ਉਦੋਂ ਸ਼ਹਿਰੀ ਜਿਹਾ ਤਬਕਾ ਜਿਹੜਾ ਹੁੰਦਾ ਨਾ ਜੀ, ਪੋਚਵੇਂ ਪੱਗਾਂ ਬੰਨਣ ਵਾਲੇ ਤੇ ਸੂਟਡ ਬੂਟਡ ਰਹਿਣ ਵਾਲੇ, ਉਹ ਮਹਿਸੂਸ ਕਰਦੇ ਆ, ਉਹ ਯਾਰ ਇਹਨਾਂ ਜ਼ਿਮੀਂਦਾਰਾਂ ਦੇ ਵਿਚਾਰਿਆਂ ਦੀ ਗੱਲ ਸੁਣੋ, ਉਹ ਵਿਚਾਰਿਆਂ ਦੀ ਗੱਲ ਸੁਣੋ ਕਹਿੰਦੇ। ਉਹਨਾਂ ਨੂੰ ਲੱਗਦਾ ਕਿ ਸਾਨੂੰ ਨਹੀਂ ਇਹਦਾ ਕੋਈ ਅਸਰ ਪੈਣਾ ਸੀਗਾ, ਇਹਨਾਂ ਨੂੰ ਕੋਈ ਹੈਗਾ। ਤਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਇਹਦਾ ਅਸਰ ਕੀ ਪੈਣਾ, ਜਾਂ ਇਹਨਾਂ ਦੀ ਪ੍ਰੋਬਲਮ ਕੀ ਹੈ। ਦੂਜਾ, ਜੇ ਉਹਨਾਂ ਨੂੰ ਸਮਝਾਉਣ ਦੀ ਕੋਈ ਕੋਸ਼ਿਸ਼ ਵੀ ਕਰੇ, ਉਹ ਕਹਿੰਦੇ ਯਾਰ ਜਿੱਦਾਂ ਦਾ ਮਾਹੌਲ ਹੋਊਗਾ ਦੇਖੀ ਜਾਊ। ਹੁਣ ਇਹ ਗੱਲ ਆਪਾਂ ਇੱਥੋਂ ਦੀ ਕੈਨੇਡਾ ਦੀ ਲਈ, ਕੈਨੇਡਾ ਵਿੱਚ ਵੀ ਅਸੀਂ ਚੁੱਪ ਚਪੀਤੇ ਸਟੋਰ ਵਿੱਚ ਜਾ ਕੇ ਤੁਸੀਂ ਬਾਰਗੇਨਿੰਗ ਥੋੜ੍ਹੀ ਕਰਦੇ ਹਾਂ। ਸਟੋਰ ਵਿੱਚ ਜੋ ਰੇਟ ਲਿਖਿਆ ਉਹਨਾਂ ਨੇ, ਅਸੀਂ ਚੁੱਪ ਕਰਕੇ ਪੇ ਕਰਕੇ ਘਰ ਆ ਜਾਂਦੇ। ਕਾਰਪੋਰੇਟ ਇੱਕ ਇਹੋ ਜਿਹਾ ਸੈਟਅਪ ਹੈ ਜਿਹੜਾ ਤੁਹਾਡੀ ਜ਼ਬਾਨ ਵੀ ਬੰਦ ਕਰ ਦਿੰਦਾ, ਤੁਹਾਡੀ ਪੋਕਟ ਦੇ ਉੱਤੇ ਪੂਰਾ ਉਹਦਾ ਕੰਟਰੋਲ ਹੈ, ਤੇ ਤੁਹਾਡੀ ਜ਼ਬਾਨ ਤੇ ਵੀ ਤਾਲਾ। ਤੁਸੀਂ ਚੁੱਪ ਕਰਕੇ ਜਿਹੜਾ ਸਿਰ ਸੁੱਟ ਕੇ ਆ ਜਾਂਦੇ। ਹੁਣ ਕਿੰਨੇ ਇੱਥੇ ਲੋਕ ਕਮਾਈਆਂ ਨਹੀਂ ਕਰਦੇ ਜੀ, ਟੁੱਟ ਮਰਦੇ, ਕਿੰਨੀਆਂ ਕਮਾਈਆਂ ਕਰਦੇ ਸਾਡੇ ਬੰਦੇ, ਕਿੰਨੇ ਮਿਹਨਤੀ ਹੈ, ਠੀਕ ਹੈ ਜੀ। ਤੇ ਕਿਤੇ 4 ਪੈਸੇ ਖਰਚਣੇ ਪੈਣ ਤੇ ਉਹ ਕਹਿੰਦੇ ਯਾਰ ਤੁਹਾਨੂੰ ਪਤਾ ਹੀ ਆ ਗੁਜ਼ਾਰੇ ਕਿੱਦਾਂ ਹੁੰਦੇ। ਉਹ ਸਾਰਾ ਕੁਛ ਕਿੱਥੇ ਜਾਂਦਾ? ਉਸ 'ਚ ਕਾਰਪੋਰੇਟ ਘਰਾਣਿਆਂ ਦੇ ਜੇਬਾਂ 'ਚ ਜਾਂਦਾ। ਸਿੱਧੀ ਜੀ ਗੱਲ, ਬਿਲਕੁਲ ਠੀਕ ਹੈ, ਨੋ ਡਾਊਟ।
ਗਵਰਨਮੈਂਟ ਨੂੰ ਟੈਕਸ ਵੀ ਜਾਂਦਾ ਹੈਗਾ, ਇਹ 'ਚ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਕਿ ਐਮਾਜ਼ੋਨ ਦਾ ਜਿਹੜਾ ਜੀ ਇੱਥੇ ਬਣ ਜਾਣਾ ਵਾ, ਸਟੋਰੇਜ ਬਣ ਜਾਣੀ ਆ ਵਿਨੀਪੈਗ ਦੇ ਵਿੱਚ, ਉਹਨਾਂ ਦਾ ਇੱਕ ਬਹੁਤ ਵਧੀਆ ਹੋ ਜਾਣਾ, ਉੱਥੇ 500-400 ਬੰਦੇ ਨੂੰ ਇੰਪਲੋਇਮੈਂਟ ਮਿਲ ਜਾਏਗੀ। ਨੋ ਡਾਊਟ ਚੰਗੀ ਗੱਲ, ਇੰਪਲੋਇਮੈਂਟ ਮਿਲਣੀ ਚਾਹੀਦੀ ਹੈ, ਬੇਰੁਜ਼ਗਾਰੀ ਦੂਰ ਹੋਣੀ ਚਾਹੀਦੀ ਹੈ, ਲੋਕਾਂ ਦਾ ਭਲਾ ਹੋਣਾ ਚਾਹੀਦਾ। ਪਰ ਉਹ ਦੇਖੋ ਕੀ ਆ ਕਿ ਉਹਨਾਂ ਦਾ ਆਪਦਾ ਕੀ ਲੱਗਾ। ਤੇ ਸਰਕਾਰਾਂ ਇਹੋ ਜਿਹੇ ਜਿਹੜੇ ਹੈਗੇ ਆ ਕਾਰਪੋਰੇਟ, ਉਹਨਾਂ ਨੂੰ ਖੁੱਲੇ ਹੱਥੀਂ ਫੰਡ ਦਿੰਦੇ। ਮੈਂ ਪਿੱਛੇ ਜੇ ਇੱਕ ਵਾਰੀ ਗੱਲ ਕੀਤੀ ਸੀ ਜੀ, ਪ੍ਰੈਜ਼ੀਡੈਂਟ ਚੋਇਸ ਸੁਪਰ ਸਟੋਰ ਜਿਹਨੂੰ ਅਸੀਂ ਕਹਿੰਦੇ, ਸੁਪਰ ਸਟੋਰ ਦੇ ਜਿਹੜੇ ਫਰੀਜ਼ਰ ਹੈ ਉਹਨਾਂ ਨੂੰ ਰਿਪੇਅਰ ਕਰਨ ਜਾਂ ਕੁਝ ਫਰੀਜ਼ਰ ਨੂੰ ਚੇਂਜ ਕਰਨ ਵਾਸਤੇ ਫੰਡ ਕਿੱਥੋਂ ਮਿਲੇ? ਸਰਕਾਰ ਕੋਲੋਂ। ਹਾਂਜੀ, ਤੁਸੀਂ ਦੱਸਿਆ ਸੀ ਹੁਣ ਪ੍ਰੈਜ਼ੀਡੈਂਟ ਚੋਇਸ ਆਪਣੇ ਆਪ ਵਿੱਚ ਕਿੱਡਾ ਵੱਡਾ ਦਾਰਾ, ਪ੍ਰੋਗਰਾਮ ਵੀ ਕੀਤਾ ਸੀ। ਹਾਂਜੀ, ਆਪਣੇ ਆਪ ਵਿੱਚ ਕਿੱਡਾ ਵੱਡਾ ਦਾਰਾ, ਉਹ ਨਹੀਂ ਕਰ ਸਕਦਾ। ਉਹ ਵੀ ਤਾਂ ਕਰ ਸਕਦਾ, ਹਾਲਾਂਕਿ ਉਹ ਬਿਜ਼ਨਸਮੈਨ ਹੈ। ਉਹਨੇ ਵੇਖਣਾ ਕਿ ਮੇਰੇ ਫਰੀਜ਼ਰ ਜਿਹੜੇ ਆ ਉਹ ਖਰਾਬ ਹੋ ਗਏ, ਇਹ ਜਿਹੜੇ ਆ ਆਊਟਡੇਟਡ ਹੋ ਗਏ, ਮੈਨੂੰ ਨਵੇਂ ਲਿਆਉਣ ਦੀ ਲੋੜ ਹੈ ਜਾਂ ਰਿਪੇਅਰ ਕਰਨ ਦੀ ਲੋੜ। ਸਰਕਾਰ ਉਹਨੂੰ ਸਪੋਰਟ ਕਿਉਂ ਕਰ ਰਹੀ? ਕੀ ਤੁਹਾਡੇ ਘਰਾਂ 'ਚ ਜਿਹੜੀਆਂ ਫਰਿੱਜਾਂ ਲੱਗੀਆਂ ਉਹਨੂੰ ਚੇਂਜ ਕਰਨ ਲਈ ਪੈਸੇ ਦਿੱਤੇ ਜਾਂਦੇ? ਉੱਥੇ ਵੀ ਤਾਂ ਤੁਸੀਂ ਘਰ ਲੈ ਕੇ ਦੁੱਧ ਰੱਖਦੇ ਹੋ, ਸਬਜ਼ੀਆਂ ਰੱਖਦੇ ਹੋ, ਸਬਜ਼ੀ ਰੱਖਦੇ ਹੋ, ਆਟਾ ਗੁੰਨ ਕੇ ਪਿਆ ਰਹਿੰਦਾ ਉੱਥੇ। ਠੀਕ ਹੈ ਜੀ, ਬਟਰ ਪਿਆ ਰਹਿੰਦਾ, ਦਹੀਂ ਪਿਆ ਰਹਿੰਦਾ, ਉਹ ਚੇਂਜ ਕਰਨ ਲਈ ਥੋੜੀ ਪੈਸੇ ਮਿਲਦੇ। ਕੀ ਚੇਂਜ ਕਰਨ ਲਈ ਮਿਲਦੇ? ਪ੍ਰੈਜ਼ੀਡੈਂਟ ਚੋਇਸ ਦੇ ਫਰੀਜ਼ਰ ਚੇਂਜ ਕਰਨ ਲਈ। ਇਹ ਇੱਕ ਮਤਲਬ ਸਾਰਾ ਕੁਝ ਸੈਟਅਪ ਇਸ ਤਰੀਕੇ ਦਾ ਬਣ ਜਾਂਦਾ ਜਿਹਦੇ ਵਿੱਚ ਆਮ ਬੰਦੇ ਦਾ ਕਿਉਂ ਮਰਨਾ ਪੱਲਾ। ਮੈਂ ਨਾ ਤੁਹਾਨੂੰ ਐਮਪੀਸੀ ਦੱਸਦਾ ਕਿ ਕੁਝ ਲੋਕਾਂ ਦੀ, ਹੁਣੇ ਤੁਸੀਂ ਗੱਲ ਕੀਤੀ ਕਿ ਇੱਕ ਸੈਕਸ਼ਨ ਆਫ ਸੁਸਾਇਟੀ ਜਿਹੜਾ ਉਹ ਇਹ ਕਹਿੰਦਾ ਕਿ ਚਲੋ ਸਾਨੂੰ ਕੀ, ਉਹ ਸਿਰਫ ਉਹਨਾਂ ਦੀ ਸੋਚ ਹੁੰਦੀ ਹੈ ਕਿ ਮੇਰਾ ਔਰ ਮੇਰੀ ਫੈਮਿਲੀ ਦਾ ਜਾਂ ਮੇਰੇ ਵੱਧ ਤੋਂ ਵੱਧ ਜਿਹੜੇ ਗ੍ਰੈਂਡ ਕਿਡਸ ਹੈਗੇ ਨੇ ਉਹਨਾਂ ਵਾਸਤੇ ਜਿਹੜਾ ਸਿਸਟਮ ਹੈ, ਜਿਹੜਾ ਸੈਟਅਪ ਹੈ ਉਹ ਸੇਫ ਹੈਗਾ। ਠੀਕ ਹੈ ਜੀ। ਜੇ ਉਹਨਾਂ ਵਾਸਤੇ ਸੇਫ ਹੈਗਾ ਤੇ ਮੈਨੂੰ ਦਿੱਲੀ ਜਾਣ ਦੀ ਕੀ ਲੋੜ ਹੈ? ਮੈਨੂੰ ਇਸ ਜਿਹੜਾ ਧੱਕਾ ਹੈਗਾ ਸਮਝਦਾ ਉਹ ਹੀ ਹੈ, ਲੇਕਿਨ ਉਹਨਾਂ ਦਾ ਹੁੰਦਾ ਕਿ ਅਸੀਂ ਕਿਉਂ ਐਵੇਂ ਸਿਰਦਰਦੀ ਲਈਏ। ਠੀਕ ਹੈ ਜੀ। ਲੇਕਿਨ ਇਹ ਐਸੀ ਅੱਗ ਹੈਗੀ ਹੈ ਜਿਹੜੀ ਅਲਟੀਮੇਟਲੀ ਜਿਹਦੇ ਥੱਲੇ ਸਾਰਿਆਂ ਦੇ ਪੈਰ ਸੜਨੇ ਹੈਗੇ ਆ। ਠੀਕ ਹੈ ਜੀ। ਮੈਂ ਜਿੱਥੋਂ ਤੱਕ ਵੀ ਸਾਡਾ ਵੱਸ ਚੱਲਦਾ ਹੈਗਾ, ਆਪਾਂ ਟਰਾਈ ਕਰਦੇ ਹਾਂ ਕਿ ਇਸ ਚੀਜ਼ ਨੂੰ ਅਵੇਅਰ ਕੀਤਾ ਜਾਏ। ਠੀਕ ਹੈ ਜੀ। ਕਿਉਂਕਿ ਇਹ ਜਿਹੜੀ ਕਾਰਪੋਰੇਟ ਜਿਹੜਾ ਨਾ, ਕਾਰਪੋਰੇਟ ਉਹ ਸਿਰਫ ਪ੍ਰੋਫਿਟ ਸੋਚਦਾ ਹੈਗਾ, ਸਿਰਫ ਪ੍ਰੋਫਿਟ। ਉਹਨੂੰ ਨਾ ਤੇ ਕੰਟਰੀ ਦੀ ਸਿਕਿਉਰਿਟੀ ਦੇ ਨਾਲ ਕੋਈ ਸੋਸ਼ਲ ਐਸਪੈਕਟ ਉਹਦੇ ਏਜੰਡੇ, ਨਾ ਹੀ ਉਹਦੇ ਵਿੱਚ ਕੋਈ ਇਮੋਸ਼ਨਸ ਹੁੰਦੇ ਹੈਗੇ ਆ, ਨਾ ਹੀ ਕੋਈ ਸੰਵੇਦਨਸ਼ੀਲਤਾ ਹੁੰਦੀ ਹੈ, ਨਾ ਹੀ ਸੰਵੇਦਨਸ਼ੀਲਤਾ ਦੀ ਇਹ ਗੱਲ ਹੈ ਕਿ ਜੇ ਅੱਜ ਅੰਬਾਨੀ ਦੇ ਸ਼ੇਅਰ ਜਿਹੜੇ ਨੇ ਉਹ ਕਿਸੇ ਕਾਰਨ ਕਰਕੇ ਉਹਨਾਂ ਦਾ ਕੀਮਤ ਘਟ ਗਈ ਹੈ ਤੇ ਉਹਨਾਂ ਨੂੰ 4000 ਜਾਂ 5000 ਕਰੋੜ ਦਾ ਨੁਕਸਾਨ ਹੋ ਗਿਆ, ਉਹਨਾਂ ਨੇ ਇੱਕ ਬਲੱਡ ਪ੍ਰੈਸ਼ਰ ਦੀ ਗੋਲੀ ਲੈ ਲੈਣੀ ਸਵੇਰੇ। ਠੀਕ ਹੈ ਜੀ। ਭਈ ਸਾਡਾ ਇੰਨਾ ਨੁਕਸਾਨ ਹੋ ਗਿਆ, ਔਰ ਉਹਨਾਂ ਨੇ ਇਹ ਕਹਿਣਾ ਕਿ ਹੁਣ ਜਿਹੜਾ ਇਹ ਨੁਕਸਾਨ ਦੀ ਰਿਕਵਰੀ ਹੈ ਉਹ ਕਿੱਦਾਂ ਕਰਨੀ ਹੈਗੀ ਹੈ। ਅਗਲੇ 2-3-4 ਸਾਲ ਦੇ ਵਿੱਚ 3-4 ਦਿਨਾਂ ਦੇ ਵਿੱਚ ਇਹ ਸ਼ੇਅਰਾਂ ਦੀ ਕੀਮਤ ਉੱਪਰ ਕਿੱਦਾਂ ਲੈ ਕੇ ਜਾਣੀ ਹੈ। ਠੀਕ ਹੈ ਜੀ। ਮੈਂ ਇਸ ਚੀਜ਼ ਨੂੰ ਇੱਕ ਰਿਕਮੈਂਡ ਕਰਦਾ ਜੀ, ਜਿਹੜੇ ਵੀ ਸੁਣਨ ਵਾਲੇ ਹੈਗੇ ਨੇ, ਇੱਕ ਹਰਸ਼ਦ ਮਹਿਤਾ ਤੇ ਇੱਕ ਬਣੀ ਹੈ ਜੀ ਸੀਰੀਜ਼, ਇੱਕ ਵੈਬ ਸੀਰੀਜ਼ ਬਣੀ ਹੈ। ਮੈਂ ਉਹ ਰਿਕਮੈਂਡ ਕਰਦਾ, ਹਰ ਇੱਕ ਇਨਸਾਨ ਨੂੰ ਦੇਖਣਾ ਚਾਹੀਦਾ, ਉਹਨੂੰ ਵਾਚ ਕਰਨੀ ਚਾਹੀਦੀ, ਫ੍ਰੀ ਆਫ ਕਾਸਟ ਹੈਗੀ ਹੈ। ਤੇ ਉਸ ਤੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਕਾਰਪੋਰੇਟ ਕਲਚਰ ਕੰਮ ਕਿੱਦਾਂ ਕਰਦਾ ਹੈਗਾ, ਬੈਂਕਾਂ ਦੇ ਸਿਸਟਮ ਨੇ ਕਿੱਦਾਂ ਮੈਨੀਪੂਲੇਟ ਕੀਤਾ ਜਾ ਸਕਦਾ ਹੈ। ਕਰਦੇ ਆ। ਠੀਕ ਹੈ ਜੀ। ਹੋ ਰਿਹਾ ਕਿੰਨੇ ਲੋਕ ਜਿਹੜੇ ਆ ਉਹ ਕਰੋੜਾਂ ਰੁਪਈਆ, ਕਈ ਹਜ਼ਾਰ ਕਰੋੜ ਰੁਪਈਆ ਲੈ ਕੇ ਭੱਜ ਗਏ। ਹਾਂਜੀ। ਔਰ ਦੇਖੋ, ਮੈਂ ਹੈਰਾਨ ਹੁੰਦਾ ਕਿ ਇੱਕ ਕਿਸਾਨ ਜਿਹੜਾ ਹੈ, ਇੱਕ ਜੱਟ ਜਿਹੜਾ ਹੈ, ਇੱਕ ਕਾਮਾ ਜਿਹੜਾ ਹੈ, ਉਹ 70,000-80,000 ਦੇ ਕਰਜ਼ੇ ਤੇ ਥੱਲੇ ਆ ਕੇ ਖੁਦਕੁਸ਼ੀ ਕਰ ਲੈਂਦਾ ਹੈ। ਠੀਕ ਹੈ ਜੀ। ਲੇਕਿਨ ਐਸੇ ਬੰਦੇ ਜਿਨ੍ਹਾਂ ਨੇ 9-9,000 11,000 ਕਰੋੜ ਦਾ ਫਰਾਡ ਕੀਤਾ, ਉਹ ਸਮੂਥਲੀ 에ਅਰਪੋਰਟ ਤੇ ਗਏ, ਉੱਥੇ ਜਹਾਜ਼ ਤੇ ਚੜ੍ਹੇ, ਦੂਸਰੇ ਕੰਟਰੀ 'ਚ ਜਾ ਕੇ ਉੱਥੇ ਲੈਂਡ ਕੀਤਾ ਔਰ ਆਰਾਮ ਦੀ ਜ਼ਿੰਦਗੀ ਕੀਤੀ। ਉਦੋਂ ਬਾਅਦ ਪਤਾ ਲੱਗਾ ਕਿ ਇਹਦੇ ਇਸ ਕੰਮ ਲਈ ਗਏ ਸੀ। ਠੀਕ ਹੈ ਜੀ। ਮੈਂ ਜਿੰਦਾ ਜੀ ਤੁਹਾਡੀ ਗੱਲ ਟੋਕ ਕੇ ਕਹਿਣਾ, ਹੁਣ ਤੁਸੀਂ ਦੇਖੋ ਮੈਨੀਟੋਬਾ ਦੀ ਅਸੀਂ ਗੱਲ ਕਰੀਏ ਤੇ ਮੈਨੀਟੋਬਾ ਦੇ ਵਿੱਚ ਜਿਹੜਾ ਟੈਲੀਫੋਨ ਸਿਸਟਮ ਸੀਗਾ ਇਹ ਸਰਕਾਰੀ ਸੀ, MTS ਸੀ, ਸਰਕਾਰੀ ਸੀ। ਹੁਣ ਬੈਲ MTS ਬਣ ਗਿਆ, ਪ੍ਰਾਈਵੇਟ ਹੋ ਗਿਆ। ਠੀਕ ਹੈ ਜੀ। ਹੁਣ ਰੌਲਾ ਪਿੱਛੇ ਜੇ ਪੈ ਰਿਹਾ ਕਿ MPI ਜਿਹੜੀ ਹੈ, ਮੈਨੀਟੋਬਾ ਪਬਲਿਕ ਇੰਸ਼ੋਰੈਂਸ ਜਿਹੜੀ ਆ, ਇਹ ਪ੍ਰਾਈਵੇਟ ਕੀਤੀ ਜਾਣੀ ਹੈ। ਠੀਕ ਹੈ ਜੀ। ਜਾਂ ਹਾਈਡਰੋ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ, ਇੱਦਾਂ ਦੀਆਂ ਗੱਲਾਂ ਆ ਰਹੀਆਂ। ਹੁਣ ਕੋਈ ਅੰਦਾਜ਼ਾ ਲਾ ਕੇ ਦੱਸ ਸਕਦਾ ਕਿ ਜਦੋਂ ਪ੍ਰਾਈਵੇਟ ਨਹੀਂ ਸੀ MTS, ਉਦੋਂ ਲੋਕਾਂ ਦੇ ਬਿੱਲ ਕਿੰਨੇ ਆਉਂਦੇ ਸੀ ਟੈਲੀਫੋਨ ਤੇ ਹੁਣ ਕਿੰਨੇ ਆਉਂਦੇ? ਘਟ ਗਏ, ਵਧੇ? ਹਾਂਜੀ। ਇਹਦਾ ਮਤਲਬ ਇਹ ਹੋਇਆ ਕਿ ਉਹ ਪ੍ਰਾਈਵੇਟ ਘਰਾਣਾ ਜਿਹੜਾ ਬੈਲ ਹੈ, ਉਹਨੇ MTS ਨੂੰ ਬਾਏ ਵੀ ਕਰ ਲਿਆ
ਉਹਦੇ ਜਿੰਨਾ ਇਨਫਰਾਸਟ੍ਰਕਚਰ ਸੀ, ਜਿੰਨੀਆਂ ਉਹਦੀਆਂ ਪ੍ਰਾਪਰਟੀ ਸੀ, ਜਿੰਨਾ ਉਹਨਾਂ ਦਾ ਸੈਟਅਪ ਸੀ, ਸਾਰਾ ਓਨ ਕਰ ਲਿਆ। ਠੀਕ ਆ, ਸਰਕਾਰ ਨੂੰ ਟੈਂਪਰੇਰੀਲੀ ਤਾਂ ਕੋਈ ਫਾਇਦਾ ਹੋ ਗਿਆ ਹੋਊਗਾ। ਟੈਂਪਰੇਰੀ ਫੰਡ ਜਿਹੜੇ ਮਤਲਬ ਸੋਨੇ ਦਾ ਹੀ ਆਂਡੇ ਦੇਣ ਵਾਲੀ ਮੁਰਗੀ ਜਿਹੜੀ ਆ, ਉਹ ਆਂਡੇ ਨਹੀਂ ਖਾਦੇ, ਮੁਰਗੀ ਖਾ ਲਈ। ਹਾਂਜੀ, ਜਦੋਂ ਮੁਰਗੀ ਖਾ ਲਈ ਤੇ ਅਗਲੇ ਦਿਨ ਆਂਡਾ ਥੋੜੀ ਮਿਲਣਾ ਉਸ ਜਦੋਂ ਮੁਰਗੀ ਤੁਸੀਂ ਝਟਕਾ ਦਿੱਤੀ ਫੜ ਕੇ। ਸੋ MTS ਝਟਕਾਇਆ ਗਿਆ ਜੀ। ਇੱਦਾਂ ਹੀ ਹੁਣ MPI ਝਟਕਾਉਣ ਦੀ ਗੱਲ ਹੈ, ਇੱਦਾਂ ਹੀ ਜਿਹੜੀ ਆ ਹਾਈਡਰੋ ਝਟਕਾਉਣ ਦੀ ਗੱਲ ਹੈ, ਇੱਦਾਂ ਹੀ ਜਿਹੜੀ ਸਿਟੀ ਆਫ ਵਿਨੀਪੈਗ ਦੀਆਂ ਬੱਸਿਸ ਚੱਲਦੀਆਂ ਜੀ ਉਹ ਝਟਕਾਉਣ ਦੀ ਗੱਲ ਹੈ। ਸੋ ਮਤਲਬ ਇਹ ਜਿਹੜਾ ਸੈਟਅਪ ਇਸ ਤਰੀਕੇ ਨਾਲ ਹੈ ਜੀ। ਇਹ ਜੇ ਤੁਸੀਂ ਕਹੋ ਕਿ ਇੰਡੀਆ 'ਚ ਹੀ ਕਨਸੈਂਟਰੇਟਡ ਹੈਗਾ, ਇਸ ਤਰ੍ਹਾਂ ਨਹੀਂ ਕਹਿ ਸਕਦੇ ਨਹੀਂ। ਪਰ ਦੇਖੋ, ਇੰਡੀਆ ਦੇ ਕਿਸਾਨਾਂ ਨੇ ਇੱਕ ਕਮਾਲ ਕੀਤੀ ਆ। ਉਹਨਾਂ ਨੇ, ਮੈਂ ਦੱਸਿਆ ਤੁਸੀਂ, ਸਿੱਧਾ ਸਾਦਾ ਇੱਕ ਬੰਦਾ ਜਿਹੜਾ ਸਾਰੀ ਦਿਹਾੜੀ ਵਿਚਾਰਾ ਜਿਹੜਾ ਘਾਹ ਖੋਤਦਾ, ਵੱਟਾਂ ਸਾਫ਼ ਕਰਦਾ ਹੈਗਾ, ਜਿਹਨੂੰ ਸਾਰੀ ਜਿਹੜੀ ਪਸੀਨਾ ਪੁੱਜਣ ਦਾ ਟਾਈਮ ਨਹੀਂ ਮਿਲਦਾ, ਉਸ ਬੰਦੇ ਨੂੰ ਪਤਾ ਕਿ ਕਾਰਪੋਰੇਟ ਸੈਕਟਰ ਜਿਹੜਾ ਵਾ ਉਹ ਇਹ ਕੰਮ ਕਰਦਾ। ਤੇ ਜਿਹੜੇ ਅਸੀਂ ਸ਼ਹਿਰੀ ਜੇ ਆਪਣੇ ਆਪ ਨੂੰ ਕਹਾਉਂਦੇ ਆ, ਜਾਂ ਅਸੀਂ ਇਸ ਕੰਟਰੀ 'ਚ ਰਹੇ ਹੈਗੇ, ਸਾਨੂੰ ਨਹੀਂ ਪਤਾ ਲੱਗਦਾ। ਅਸੀਂ ਕਿਉਂ ਨਹੀਂ ਕਰਦੇ? ਅਸੀਂ ਇੱਕ ਘੜੀ ਦੀ ਘੜੀ ਸੌਖੀ ਜਿਹੜੀ ਜ਼ਿੰਦਗੀ ਜੀਣ ਵਾਸਤੇ ਸਾਰਾ ਕੁਝ ਹੀ ਕੁਰਬਾਨ ਕਰ ਦਿੰਦੇ ਹਾਂ। ਦੇਖੋ ਜੀ, ਇਹ ਤੇ ਹਰ ਇੱਕ ਨੂੰ ਉੱਠਣਾ ਪੈਣਾ ਹੈਗਾ, ਹਰ ਇੱਕ ਨੂੰ ਦਿਮਾਗ ਨਾਲ ਸੋਚ ਕੇ ਕਰਨਾ ਪੈਣਾ ਹੈ। ਔਰ ਮੈਂ ਤੁਹਾਨੂੰ ਕਾਰਪੋਰੇਟਸ ਤੋਂ ਗੱਲ ਦੱਸਦਾ ਕਿ ਜੀਓ ਦੀ ਐਗਜ਼ਾਮਪਲ ਲੈ ਲਓ ਤੁਸੀਂ। ਇੰਡੀਆ 'ਚ ਜਦੋਂ ਇਨੀਸ਼ੀਅਲੀ ਆਇਆ ਸੀ 1 GB ਡਾਟਾ ਫ੍ਰੀ ਦਿੰਦੇ ਸੀ ਦਿਨ ਦਾ। ਇੱਥੇ 5 GB ਡਾਟਾ 'ਤੇ ਮੈਂ ਪੂਰਾ ਮਹੀਨਾ ਲਗਾਉਂਦਾ ਰਿਹਾ ਜੀ ਇੱਥੇ, ਠੀਕ ਹੈ। ਔਰ ਐਸਾ ਇੱਕ ਨਸ਼ੇ ਦੇ ਤਸਕਰ ਹੈਗੇ ਨੇ, ਉਹ ਤਾਂ ਤਰੀਕਾ ਹੀ ਹੈ ਕਿ ਉਹ ਤੁਸੀਂ ਡੋਜ਼ ਦੇ ਕੇ ਅਗਲੇ ਨੂੰ ਯੂਜ਼ ਟੂ ਕਰ ਲਓ। ਜਿਹੜੀ ਫ੍ਰੀ ਚੀਜ਼ ਹੈ ਉਹ ਪੇ ਕਰਨੀ ਪੈਣੀ ਅਲਟੀਮੇਟਲੀ। ਅੱਜ ਉਹੀ ਜਿਹੜਾ ਚੀਜ਼ ਹੈ ਨਾ, ਉਹ ਇੱਕ ਦੱਸ ਰਿਹਾ ਸੀ ਕਿ 390 ਰੁਪਏ ਦੀ ਕਰ ਦਿੱਤੀ। ਹਾਂਜੀ, ਮੈਂ ਉਹੀ ਗੱਲ ਕਹੀ। ਇਨ ਦਾ ਡੇਜ਼ ਟੂ ਕਮ 500 ਵੀ ਕਰ ਸਕਦੇ। ਜਿਹੜੀ ਚੀਜ਼ ਫ੍ਰੀ ਹੈ ਨਾ ਜੀ, ਹਾਂਜੀ, ਉਹ ਭਾਵੇਂ ਕਿਸੇ ਸਰਕਾਰ ਨੇ ਦਿੱਤੀ ਹੈ, ਭਾਵੇਂ ਕੈਨੇਡਾ ਸਰਕਾਰ ਨੇ ਦਿੱਤੀ ਹੈ, ਤੇ ਭਾਵੇਂ ਅਮਰੀਕਾ ਨੇ ਦਿੱਤੀ, ਭਾਵੇਂ ਇੰਡੀਆ ਉਹਦਾ ਪ੍ਰਾਈਸ ਪੇ ਸਰਕਾਰ ਇਨ ਦੀ ਸੈਂਸ, ਚਲੋ ਉੱਥੋਂ ਦੀ ਕੋਈ ਕੰਪਨੀ, ਇੱਥੋਂ ਦੀ ਕੋਈ ਕੰਪਨੀ ਜਾਂ ਉੱਥੋਂ ਦੀ ਕੋਈ ਕੰਪਨੀ, ਅਲਟੀਮੇਟਲੀ ਤੁਹਾਨੂੰ ਪੇ ਕਰਨਾ ਪਏਗਾ। ਠੀਕ ਹੈ ਜੀ। ਉਹ ਛੇਤੀ ਸਮਝ ਜਾਓਗੇ ਤੇ ਸੌਖੇ ਰਹੋਗੇ। ਜੇ ਸਮਝ ਉਦੋਂ ਆਉਣੀ ਹੈ ਜਦੋਂ ਸਾਰਾ ਕੁਝ ਖੁੱਸ ਗਿਆ, ਫਿਰ ਵੱਖਰੀ ਗੱਲ ਹੈ। ਠੀਕ ਹੈ ਜੀ। ਅਸੀਂ ਕਈ ਵਾਰੀ ਜੀ ਖੁਸ਼ ਹੋਈ ਜਾਂਦੇ ਹਾਂ ਕਿ ਦੇਖੋ ਜੀ ਕਿੰਨੀਆਂ ਸਹੂਲਤਾਂ। ਵਿਨੀਪੈਗ ਦੇ ਵਿੱਚ ਜਾਂ ਮੈਨੀਟੋਬਾ ਦੇ ਵਿੱਚ MTS ਸਰਕਾਰੀ ਹੋਣਾ, MPI ਸਰਕਾਰੀ ਹੋਣਾ, ਸ਼ਹਿਰ ਦੀ ਬੱਸ ਸਰਵਿਸ ਸਰਕਾਰੀ ਹੋਣਾ, ਹੀਟ ਹਾਈਡਰੋ ਦਾ ਸਿਸਟਮ ਜਿਹੜਾ ਇਲੈਕਟ੍ਰਿਸਿਟੀ ਇੱਥੇ ਸਿਸਟਮ ਹੈਗਾ ਉਹ ਸਰਕਾਰੀ ਹੋਣਾ, ਬੜੀਆਂ ਪੋਜ਼ਿਟਿਵ ਗੱਲਾਂ ਹੈਗੀਆਂ। ਪਰ ਇੱਥੇ ਵੀ ਰਾਜਨੀਤਿਕ ਬਖੀੜੇ ਹੈਗੇ ਆ। ਕੁਝ ਪਾਰਟੀਆਂ ਕਹਿੰਦੀਆਂ ਹੈਗੀਆਂ ਕਿ ਇਹ ਜਿਹੜੀਆਂ ਪਬਲਿਕ ਸੈਕਟਰ ਹੀ ਰਹਿਣਾ ਚਾਹੀਦਾ, ਕੋਈ ਕਹਿੰਦੇ ਨਹੀਂ ਜੀ ਪ੍ਰਾਈਵੇਟ 'ਚ ਕਨਵਰਟ ਹੋ ਜਾਣਾ ਚਾਹੀਦਾ। ਠੀਕ ਹੈ ਜੀ। ਉਦੋਂ ਅਸੀਂ ਲੋਕੀ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ, ਇਹ ਭਾਵਨਾਵਾਂ ਨੂੰ ਸਮਝਦੇ ਨਹੀਂ। ਪਰ ਅੱਜ ਉੱਥੋਂ ਦੇ ਇੰਡੀਆ ਦੇ ਕਿਸਾਨੀ ਅੰਦੋਲਨ ਨੇ ਇੱਕ ਸਾਡੇ ਡੋਰ ਵੀ ਨੌਕ ਕਰ ਦਿੱਤੇ ਆ ਕਿ ਜਦੋਂ ਇੱਥੇ ਕੋਈ ਚੇਂਜ ਲਿਆਉਣ ਦੀ ਗੱਲ ਕੀਤੀ ਜਾਂਦੀ ਆ, ਜਦੋਂ ਪਬਲਿਕ ਸੈਕਟਰ ਤੋਂ ਪ੍ਰਾਈਵੇਟ ਸੈਕਟਰ 'ਚ ਲਿਆਉਣ ਦੀ ਗੱਲ ਕੀਤੀ ਜਾਂਦੀ ਆ, ਯੂ ਸ਼ੁੱਡ ਬੀ ਅਵੇਅਰ ਕਿ ਇਹ ਕੀ ਹੋਣ ਜਾ ਰਿਹਾ, ਇਹਦਾ ਕੀ ਨੁਕਸਾਨ ਹੋਊਗਾ ਤੇ ਨਫਾ ਜਿਹੜਾ ਹੋਣਾ ਵਾ। ਸਾਨੂੰ ਫਾਰ ਐਗਜ਼ਾਮਪਲ ਸਾਨੂੰ ਨਫੇ ਸੁਣਾਏ ਜਾਂਦੇ ਆ, ਸਾਨੂੰ ਫਾਇਦੇ ਸੁਣਾਏ ਜਾਂਦੇ ਆ, ਤੇ ਉਹ ਟੈਂਪਰੇਰੀ ਹੈ ਕਿ ਪਰਮਾਨੈਂਟ ਹੈ। ਜਿਵੇਂ ਉੱਥੇ ਕਿਸਾਨਾਂ ਨੂੰ ਉਹਦੇ ਭਲੇ ਸਿਖਾਏ ਦੱਸੇ ਜਾਂਦੇ ਨਾ ਕਿ ਤੇਰਾ ਤਾਂ ਆਹ ਫਾਇਦਾ ਹੋ ਜਾਣਾ, ਤੇਰਾ ਤਾਂ ਆਹ ਫਾਇਦਾ ਹੋ ਜਾਣਾ। ਠੀਕ ਹੈ ਜੀ। ਅਸਲ ਵਿੱਚ ਹੋਣਾ ਜਿਹੜਾ ਵਾ ਉਹ ਕੀ ਹੈ, ਉਹ ਕਿਸਾਨਾਂ ਤੋਂ ਬਿਨਾਂ ਹੋਰ ਕਿਸੇ ਨੂੰ ਸਮਝ ਨਹੀਂ ਆਈ, ਤੇ ਕਿਸਾਨਾਂ ਨੇ ਇੰਨੀ ਵਧੀਆ ਤਰੀਕੇ ਨਾਲ ਸਮਝਿਆ, ਤੇ ਇੰਨੇ ਵਧੀਆ ਤਰੀਕੇ ਨਾਲ ਸਰਕਾਰ ਨੂੰ ਸਮਝਾਤਾ ਕਿ ਸਾਨੂੰ ਤੁਸੀਂ ਉੱਲੂ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਸਾਨੂੰ ਤੁਸੀਂ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਸਾਨੂੰ ਤੁਸੀਂ ਆਪਣੇ ਪਛਲਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਆ, ਆਪਦੇ ਗੇਟ 'ਚ ਲਿਆਉਣ ਦੀ ਕੋਸ਼ਿਸ਼ ਕਰਦੇ। ਸਾਨੂੰ ਇਹਨਾਂ ਗੱਲਾਂ ਦਾ ਬਰੀਕੀ ਨਾਲ ਪਤਾ। ਇਹ ਬੜੀ ਪੋਜ਼ੀਟਿਵ ਚੀਜ਼ ਹੈ ਕਿ ਜਿਹੜੇ ਯੰਗਸਟਰ ਹੈਗੇ ਨੇ ਜੱਟਾਂ ਦੇ। ਅੱਜ ਹੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਤੇ ਉਹ ਕਹਿੰਦਾ ਮੁੰਡਾ ਕਿ ਪ੍ਰੈਸ ਵਾਲੇ ਨੂੰ ਕਹਿੰਦਾ, ਕਿਸੇ ਚੈਨਲ ਵਾਲੇ ਨੂੰ ਕਹਿੰਦਾ, ਤੁਸੀਂ ਇੱਕ ਇੰਪ੍ਰੈਸ਼ਨ ਇਹ ਬਣਾਉਂਦੇ ਹੋ ਫਿਲਮਾਂ ਦੇ ਰਾਹੀਂ ਕਿ ਜੱਟ ਜਿਹੜਾ ਹੈ, ਇੱਕ ਕਿਸਾਨ ਹੈ, ਉਹ ਪਾਟੇ ਹੋਏ ਕੱਪੜੇ ਪਾ ਕੇ, ਪਾਟਿਆ ਹੋਇਆ ਉਹਦਾ ਕੱਛਾ ਹੈਗਾ, ਟੁੱਟੀ ਹੋਈ ਜੁੱਤੀ ਹੈਗੀ, ਟੁੱਟਾ ਜਿਹਾ ਉਹਦਾ ਸਿਰ 'ਤੇ ਪਾਟਾ ਜਿਹਾ ਪੰਨਾ ਹੈ, ਤੇ ਉਹ ਹੱਥ ਜੋੜ ਕੇ ਤੁਰਿਆ ਜਾਂਦਾ, ਉਹ ਕਿਸਾਨ ਹੈ। ਲੇਕਿਨ ਕਹਿੰਦਾ ਸਾਡੇ ਪੰਜਾਬ 'ਚ ਆ ਕੇ ਦੇਖੋ ਤੁਸੀਂ, ਇੱਕ ਘਰ 'ਚੋਂ ਪੜ੍ਹਿਆ ਲਿਖਿਆ ਬੰਦਾ, IIT ਤੱਕ ਬੰਦੇ ਆ ਕਰਕੇ, ਤੇ ਉਹ ਘਰੇ ਆਪਣੇ ਕਰ ਰਹੇ ਆ। ਮੈਂ ਇੱਕ ਹੋਰ ਚੀਜ਼ ਕਹਿਣਾ ਕਿ ਜਿਸ ਪੰਜਾਬ ਬਾਰੇ ਇੱਕ ਇਹ ਇੰਪ੍ਰੈਸ਼ਨ ਕ੍ਰੀਏਟ ਕੀਤਾ ਗਿਆ ਸੀ ਕਿ ਬੜਾ ਹੀ ਉਹ ਉੜਦਾ ਪੰਜਾਬ ਹੈ, ਨਸ਼ਿਆਂ ਦੀ ਗ੍ਰਿਫਤ ਵਿੱਚ ਹੈਗਾ, ਸਾਰਾ ਜਿਹੜਾ ਉਹ ਨਸ਼ਿਆਂ ਦੇ ਵਿੱਚ ਵਗ ਗਿਆ ਹੈਗਾ, ਉਹ ਉਹਨਾਂ ਨੇ ਇੱਕ ਇੰਪੈਕਟ ਦਿੱਤਾ ਹੈਗਾ, ਇੱਕ ਇੰਪ੍ਰੈਸ਼ਨ ਦਿੱਤਾ ਕਿ ਅਸੀਂ ਉਹ ਨਹੀਂ ਹੈਗੇ। ਹੋ ਸਕਦਾ 1-2% ਕਰਦੇ ਹੋਣ, ਲੇਕਿਨ ਇੱਕ ਨਵੀਂ ਜਿਹੜੀ ਭਾਵਨਾ, ਨਵੀਂ ਜਿਹੜੀ ਚਿੰਗ ਹੈ ਉਹ ਜਗ ਪਈ ਹੈ। ਔਰ ਇੱਕ ਜਿਹੜਾ ਜਾਗਰੂਕ ਜਿਹੜਾ ਇੱਕ ਕੈਟੇਗਰੀ ਹੈ ਉਹ ਸਾਹਮਣੇ ਆਈ ਹੋਈ ਹੈ।
ਔਰ ਹਰ ਚੀਜ਼ ਦਾ ਜਵਾਬ ਦਿੰਦੇ ਆ ਰਾਈਟ ਐਟ ਦਾ ਸਪਾਟ ਵਿਦ ਦਲੀਲਾਂ ਵਿਦ ਆਰਗੂਮੈਂਟ। ਮੈਂ ਦੱਸਣਾ ਚਾਹੁੰਦਾ ਜੀ ਪਹਿਲਾਂ ਤਾਂ ਕਿਸਾਨ ਆਗੂਆਂ ਵਿੱਚੋਂ ਡਾਕਟਰ ਦਰਸ਼ਨਪਾਲ, ਉਹ MBBS MS ਡਾਕਟਰ ਸੀ, ਨੌਕਰੀ ਨੂੰ ਰੱਤ ਮਾਰ ਕੇ ਕਿਸਾਨੀ ਪਿਛੋਕੜ ਕਿਸਾਨੀ ਹੈਗਾ, ਪਰਿਵਾਰ ਕਿਸਾਨੀ ਚ ਤੇ ਕਿਸਾਨਾਂ ਦਾ ਆਗੂ ਹੈ ਇਸ ਵੇਲੇ। ਬਲਵੀਰ ਸਿੰਘ ਰਾਜੇਵਾਲਾ ਹਾਈਲੀ ਐਜੂਕੇਟਡ ਪਰਸਨ ਹੈ, ਠੀਕ ਹੈ ਜੀ। ਫਿਰ ਜਿਹੜੇ ਜੋਗਿੰਦਰ ਸਿੰਘ ਹੋਰਾਂ ਜਿਹਨਾਂ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਹੈ, ਉਹ ਖੁਦ ਰਿਟਾਇਰਡ ਆਰਮੀ ਆਫੀਸਰ ਹੈ ਤੇ ਅੰਗਰੇਜ਼ੀ ਇੰਨੀ ਜ਼ਬਰਦਸਤ ਬੋਲਦੇ ਆ, ਸ਼ਾਇਦ ਤੁਸੀਂ ਉਹਨਾਂ ਤੋਂ ਪਿੱਛੇ ਹੋ ਜਾਈਏ, ਠੀਕ ਹੈ। ਅੱਛਾ, ਰਵੀਸ਼ ਕੁਮਾਰ ਹੈ ਜੀ NDTV ਦੇ ਜਿਹੜੇ ਬੜੇ ਫੇਮਸ ਪੱਤਰਕਾਰ ਆ, ਉਹਨਾਂ ਨੇ ਕਿਹਾ ਕਿ ਮੈਂ ਜ਼ਿੰਦਗੀ ਦੇ ਵਿੱਚ ਜਿੰਨੇ ਮੈਨੂੰ ਸਾਲ ਹੋ ਗਏ ਆ ਪੱਤਰਕਾਰੀ ਨਾਲ ਜੁੜੇ, ਮੈਂ ਕਦੀ ਪਰਸਨਲੀ ਕਵਰੇਜ ਕਰਨ ਨਹੀਂ ਗਿਆ। ਮੈਨੂੰ ਸਿਰਫ 2-3 ਅੰਦੋਲਨਾਂ 'ਚ ਜਾਣਾ ਪਿਆ। ਮੈਂ ਕਿਸਾਨਾਂ ਦਾ ਅੰਦੋਲਨ ਵੇਖਣ ਇਸ ਕਰਕੇ ਆਇਆ ਸੀ ਕਿ ਇੰਨੇ ਸ਼ਾਂਤਮਈ, ਇੰਨੇ ਡਿਸਿਪਲਿਨਡ, ਇੰਨਾ ਸਿਰੜ ਇਹਨਾਂ ਦਾ, ਇੰਨੀ ਸਿਦਕੀ ਇਹਨਾਂ ਦੀ ਦਿਲ ਦਿਮਾਗ ਵਿੱਚ, ਔਰ ਵੈਲ ਪਲੈਨਡ ਵੀ ਨਾਲ, ਇਹ ਕਿਵੇਂ ਹੋ ਗਿਆ ਸਾਰਾ ਕੁਛ। ਕਹਿੰਦਾ ਮੈਂ ਕਵਰੇਜ ਕਰਨ ਲਈ ਨਹੀਂ ਗਿਆ ਸੀ, ਮੈਂ ਸਿਰਫ ਵੇਖਣ ਲਈ ਗਿਆ ਸੀ। ਮੈਂ ਕੀ ਵੇਖਿਆ? ਕਹਿੰਦੇ ਮੈਂ ਵੇਖਿਆ ਉਹਨਾਂ ਨੇ ਆਪਣੇ ਆਪ 'ਚ ਇੱਕ ਸ਼ਹਿਰ ਬਣਾ ਦਿੱਤੇ। ਸ਼ਹਿਰ ਦਾ ਕੀ ਨਾਂ ਰੱਖਿਆ? ਬੰਦਾ ਸਿੰਘ ਬਹਾਦਰ ਨਗਰ, ਸ਼ਹੀਦ ਊਧਮ ਸਿੰਘ ਨਗਰ, ਗਦਰੀ ਗੁਲਾਬ ਕੌਰ ਨਗਰ। ਕਹਿੰਦਾ ਉਹ ਬੰਦਿਆਂ ਨੇ ਆਪਦਾ ਇਤਿਹਾਸ ਨਾਲ ਲਿਆਂਦਾ, ਆਪਦੇ ਇਤਿਹਾਸ ਨੂੰ ਯਾਦ ਰੱਖਿਆ। ਉਹ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ, ਰਵੀਸ਼ ਕੁਮਾਰ ਦੇ ਮੂੰਹੋਂ ਮੈਂ ਸੁਣਿਆ, ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਉਹ ਸੀ ਜਿਹਨੇ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਜਿਹੜੇ ਹਲ ਵਾਹੁੰਦੇ ਸੀ ਲਿਬਰਲਾਈਜ਼ ਕੀਤਾ, ਜਿਹੜੇ ਹਲ ਵਾਹੁੰਦੇ ਸੀ, ਉਹ ਕਹਿੰਦੇ ਜ਼ਮੀਨ ਜਿਹੜੀ ਉਹਦੀ ਆ ਜਿਹੜਾ ਨਿਭਾਉਂਦਾ। ਇਹ ਨਹੀਂ ਕੋਈ ਕਹਿ ਸਕਦਾ ਕਿ ਮੈਂ ਤਾਂ ਦਿੱਲੀ ਬੈਠਾ ਤੇ ਜ਼ਮੀਨ ਮੇਰੀ ਰਾਜਸਥਾਨ 'ਚ ਹੈ, ਗੰਗਾ ਨਗਰ 'ਚ ਹੈ ਜਾਂ ਅੰਮ੍ਰਿਤਸਰ 'ਚ। ਉਹ ਕਹਿੰਦੇ ਨਹੀਂ, ਉਹਦੀ ਆ ਜਿਹੜਾ ਇਹ ਵਾਹੁੰਦਾ, ਠੀਕ ਹੈ ਜੀ। ਗਦਰੀ ਗੁਲਾਬ ਕੌਰ ਦੀ ਗੱਲ ਕੀਤੀ, ਗਦਰੀ ਗੁਲਾਬ ਕੌਰ ਉਨੀ ਜ਼ਿਆਦਾ ਇੰਪੋਰਟੈਂਟ, ਉਹਦੀ ਪ੍ਰਸਿੱਧੀ ਉਨੀ ਜ਼ਿਆਦਾ, ਉਹਦਾ ਇਤਿਹਾਸ ਨਾਲ ਉਹਦਾ ਮੇਲ ਜਾਂ ਜੋੜ ਜਾਂ ਉਹਦਾ ਨਾਂ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਇਨਕਲਾਬੀਆਂ ਵਿੱਚ ਦੁਰਗਾ ਭਾਬੀ ਦਾ ਹੁੰਦਾ ਸੀ, ਠੀਕ ਹੈ ਜੀ। ਮਤਲਬ ਇਸ ਤਰੀਕੇ ਨਾਲ ਸ਼ਹੀਦ ਆਜਮ ਭਗਤ ਸਿੰਘ ਨੂੰ ਕੌਣ ਨਹੀਂ ਜਾਣਦਾ? ਸਾਰੀ ਦੁਨੀਆ ਜਾਣਦੀ ਹੈ, ਠੀਕ ਹੈ ਜੀ। ਇਕੱਲੇ ਪੰਜਾਬ ਦੀ ਗੱਲ ਨਹੀਂ, ਇਕੱਲੇ ਹਿੰਦੁਸਤਾਨ ਦੀ ਗੱਲ ਨਹੀਂ, ਦੁਨੀਆ ਦਾ ਹਰ ਇੱਕ ਬਸ਼ਰ ਉਹਨੂੰ ਚੰਗੀ ਤਰ੍ਹਾਂ ਜਾਣਦਾ ਹੈਗਾ। ਸੋ ਮਤਲਬ ਉਹਨਾਂ ਦੀ ਗੱਲ, ਫਿਰ ਉਹਨੇ ਗੱਲ ਕੀਤੀ, ਕਹਿੰਦਾ ਮੈਂ ਉਹਨਾਂ ਲੋਕਾਂ ਨੂੰ ਮਿਲਿਆ। ਇੱਕ ਉਹਨੇ ਦੱਸੀ ਗੱਲ ਜੀ, ਮੈਂ ਥੋੜ੍ਹੇ ਦਿਨ ਪਹਿਲਾਂ ਵਾਇਸ ਆਫ ਇੰਡੀਆ ਵਾਸਤੇ ਇੱਕ ਇੰਟਰਵਿਊ ਕੀਤੀ ਸੀ। ਹਰਿੰਦਰ ਕੌਰ ਬਿੰਦੂ ਇੱਕ ਲੜਕੀ ਹੈ ਜਿਹੜੀ ਉੱਥੇ ਕਿਸਾਨਾਂ ਦੀ ਆਗੂ ਹੈ। ਉਹ ਕਹਿੰਦਾ ਜੀ ਮੈਂ ਉਹਨੂੰ ਮਿਲਿਆ, ਉਹਨੇ ਦੱਸਿਆ, ਕਹਿੰਦਾ ਵੀ ਦਹਿਸ਼ਤਗਰਦੀ ਦਿਨਾਂ ਵਿੱਚ ਉਹਦੇ ਬਾਪ ਦਾ ਕਤਲ ਹੋਇਆ ਸੀ। ਕਿਸੇ ਜਗ੍ਹਾ ਇੱਦਾਂ ਦਹਿਸ਼ਤਗਰਦਾਂ ਨੇ ਗੋਲੀ ਚਲਾਤੀ, ਉਹਦਾ ਬਾਪ ਮੌਕੇ ਤੇ ਮਰ ਗਿਆ ਸੀ। ਉਹ ਕੁੜੀ ਉਹਦਾ ਛੋਟੀ ਜਿਹੀ ਸੀ। ਕਹਿੰਦਾ ਅੱਜ ਉਹ ਮਤਲਬ ਵੱਡੀ ਹੈ ਤੇ ਉਹ ਔਰਤਾਂ ਦੀ ਅਗਵਾਈ ਕਰਦੀ ਪਈ ਹੈ। ਉਹ 'ਚ ਕਿੰਨਾ ਜਜ਼ਬਾ, ਮਤਲਬ ਕਿੰਨਾ ਉਹਦੇ 'ਚ ਹੈਗਾ ਕਿ ਉਹਨੂੰ ਹਰ ਗੱਲ ਦਾ ਪਤਾ। ਫਿਰ ਉਹਨੇ ਮਤਲਬ ਬਹੁਤ ਸਾਰੇ ਲੋਕਾਂ ਦੇ ਨਾਂ ਲਏ, ਬਈ ਇਹ ਜੋ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਹਰ ਗੱਲ ਦਾ ਇਲਮ ਹੈ, ਸਮਝ ਹੈ, ਉਹਨਾਂ ਨੂੰ ਇਹਦੇ ਨਫੇ ਦਾ ਨੁਕਸਾਨ ਦਾ ਸਾਰਾ ਪਤਾ। ਸੋ ਮਤਲਬ ਜੇ ਇਹ ਗੱਲਾਂ ਪਤਾ ਹੈਗੀਆਂ ਜਾਂ ਪਤਾ ਲਾਉਣ ਵਿੱਚ ਜਾਂ ਪਤਾ ਦੱਸਣ ਵਿੱਚ ਕੁਛ ਲੋਕਾਂ ਦਾ ਯੋਗਦਾਨ ਹੈਗਾ ਤੇ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਜੇ ਚੁੱਪ ਚਪੀਤੇ ਅਸੀਂ ਸੁੱਖ ਆਰਾਮ ਵਾਲੀ ਜ਼ਿੰਦਗੀ, ਜਿਵੇਂ ਆਪਾਂ ਇੱਥੋਂ ਦੀ ਗੱਲ ਕੀਤੀ ਵੀ ਉਬਰ ਸਾਨੂੰ ਚੰਗੀ ਲੱਗਦੀ ਆ, ਸਾਨੂੰ ਐਮਾਜ਼ੋਨ ਚੰਗਾ ਲੱਗਦਾ, ਸਾਨੂੰ ਬਿਟਕੋਇਨ ਚੰਗਾ ਲੱਗਦਾ, ਸਾਨੂੰ ਅਲੀ ਬਾਬਾ ਚੰਗਾ ਲੱਗਦਾ, ਸਾਨੂੰ ਨੈਟਫਲਿਕਸ ਚੰਗਾ ਲੱਗਦਾ, ਫਿਰ ਹੋਰ ਗੱਲਾਂ, ਫਿਰ ਤਾਂ ਅਸੀਂ ਹਥਿਆਰ ਸੁੱਟਣ ਵਾਲੀ ਗੱਲ ਹੈ ਨਾ। ਤੇ ਜੇ ਸਾਨੂੰ ਸਮਝ ਆ ਜਾਵੇ ਵੀ ਇਹ ਜਿਹੜੀ ਸਾਨੂੰ ਮਿੱਠੀ ਗੋਲੀ ਦਿੱਤੀ ਗਈ ਹੈ, ਠੀਕ ਹੈ ਜੀ, ਸੌਖੀ ਨੀਂਦ ਆਉਣ ਵਾਲੀ ਗੋਲੀ ਦਿੱਤੀ ਗਈ ਹੈ, ਤੇ ਪਰ ਜ਼ਿੰਦਗੀ ਦੇ ਸਾਰੇ ਸੁੱਖ ਇਹੀ ਨੈਟਫਲਿਕਸ ਹੀ ਨਹੀਂ ਹੈਗਾ। ਜ਼ਿੰਦਗੀ ਦਾ ਸੁੱਖ ਜਿਹੜਾ ਵਾ ਉਹ ਜਿਹੜਾ ਅਲੀ ਬਾਬਾ ਨਹੀਂ ਹੈਗਾ। ਜ਼ਿੰਦਗੀ ਦਾ ਸੁੱਖ ਜਿਹੜਾ ਉਬਰ ਨਹੀਂ ਹੈਗੀ। ਜ਼ਿੰਦਗੀ ਦਾ ਸੁੱਖ ਤਾਂ ਉਹ ਹੈ ਜਿਹੜਾ 12 ਘੰਟੇ ਸਟੀਅਰਿੰਗ ਤੇ ਬੈਠ ਕੇ ਡਫੀ ਵਾਲਾ ਜਾਂ ਯੂਨੀਵਰਸਿਟੀ ਵਾਲਾ ਕੰਮ ਕਰਦਾ, ਜਿਹੜਾ ਆਪਦੇ ਬੱਚੇ ਪਾਲਦਾ ਸੀ, ਠੀਕ ਹੈ। ਅੱਜ ਉਹਦਾ ਕੰਮ ਘਟਿਆ ਹੋਊਗਾ, ਕੋਈ ਮੰਨੇ ਤੇ ਭਾਵੇਂ ਨਾ ਮੰਨੇ, ਠੀਕ ਹੈ ਜੀ। ਇੱਦਾਂ ਹੀ ਉੱਥੇ ਵੀ ਕਿਸਾਨਾਂ ਦੀ ਦੁਰਦਸ਼ਾ ਹੋਊਗੀ ਜੇ ਸਰਕਾਰ ਨੇ ਉਹਨਾਂ ਦੀ ਬਾਂਹ ਨਾ ਫੜੀ, ਜੇ ਸਰਕਾਰ ਨਾ ਝੁਕੀ ਤਾਂ ਸਰਕਾਰ ਨੂੰ ਝੁਕਣਾ ਪਊਗਾ ਜੇ ਕਿਸਾਨ ਜਿਹੜੇ ਮਜ਼ਬੂਤੀ ਨਾਲ ਅੱਗੇ ਵਧਦੇ ਰਹੇ ਤਾਂ। ਸੋ ਕਾਰਪੋਰੇਟ ਘਰਾਣਾ ਜਿਹੜਾ ਜੀ, ਕਾਰਪੋਰੇਟਸ ਜਿਹੜੇ ਹੈਗੇ ਆ, ਵਰਲਡ ਵਾਈਡ ਕਾਰਪੋਰੇਟਸ ਆ, ਉਹ ਇੱਦਾਂ ਹੀ ਕਰਦੇ ਹੁੰਦੇ। ਮੈਂ ਤਾਂ ਕੁਛ ਮਿਸਾਲਾਂ ਜੀ ਲਿਖੀਆਂ ਸੀਗੀਆਂ, ਮੇਰੇ ਦਿਮਾਗ 'ਚ ਆਈਆਂ, ਉਹ ਮੈਂ ਲਿਖ ਕੇ ਸ਼ੇਅਰ ਕੀਤੀਆਂ ਹੈਗੀਆਂ। ਔਰ ਇਹੋ ਜਿਹੀਆਂ ਮਿਸਾਲਾਂ ਉੱਥੇ ਵੀ ਸ਼ੁਰੂ ਹੋ ਜਾਣੀਆਂ, ਫਿਰ ਆਮ ਬੰਦੇ ਦਾ ਜਿਉਣਾ ਜਿਹੜਾ ਦੁੱਬਰ ਹੋ ਸਕਦਾ। ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ? ਬਿਲਕੁਲ ਠੀਕ ਹੈ ਜੀ। ਜਿਹੜਾ ਤੁਸੀਂ ਕਿਹਾ ਕਿ ਉੱਥੇ ਸ਼ੁਰੂ ਹੋ ਜਾਣਾ ਹੈ, ਬੜੀ ਵਧੀਆ ਗੱਲ ਹੈ ਕਿ ਲੋਕ ਅਵੇਅਰ ਹੋਏ ਆ। ਲੋਕਾਂ ਨੇ ਬੜੇ ਔਰਗੇਨਾਈਜ਼ ਤਰੀਕੇ ਨਾਲ ਇੱਕ ਮੂਵਮੈਂਟ ਚਲਾਈ ਹੈ। ਉਹਦੇ 'ਚ ਹਰ ਜਿਹੜਾ ਰਾਜ ਹੈ, ਹਰ ਸਟੇਟ ਆ, ਉਹ ਪਾਰਟੀਸਪੇਟ ਕਰ ਰਹੇ ਆ।
ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਸਟੇਟ ਨੂੰ ਜਾ ਕੇ ਉਹਨਾਂ ਨੇ ਘੇਰਿਆ ਹੋਇਆ, ਉਸ ਸਟੇਟ ਦੇ ਲੋਕਾਂ ਨੂੰ ਕੋਈ ਇਨਕਨਵੀਨੀਅੰਸ ਨਹੀਂ ਹੋਣ ਦਿੱਤੀ ਜਾ ਰਹੀ। ਠੀਕ ਹੈ ਜੀ। ਹਾਲਾਂਕਿ ਨੈਗੇਟਿਵ ਬੜੀ ਪਬਲਿਸਿਟੀ ਕੀਤੀ ਜਾ ਰਹੀ ਹੈ। ਹਾਂਜੀ, ਉਹ ਤਾਂ ਹੁੰਦਾ ਹੀ ਆ। ਤੇ ਐਡੀ ਵੱਡੀ ਸਟਰਗਲ ਹੈ, ਉਹ 'ਚ ਨੈਗੇਟਿਵਿਟੀ ਤਾਂ ਹੋਊਗੀ। ਛੋਟੇ ਚੀਜ਼ ਜਿਹੜੀਆਂ ਨੇ, ਛੋਟੀਆਂ ਜਿਹੜੀਆਂ ਚੀਜ਼ਾਂ ਨੂੰ ਉਹਨਾਂ ਰਾਈ ਦਾ ਪਹਾੜ ਬਣਾ ਕੇ ਉਹ ਕੀਤਾ ਜਾ ਰਿਹਾ ਜੀ। ਫਲਾਣੇ ਨੇ ਆਹ ਕਹਿ ਦਿੱਤਾ, ਫਲਾਣੇ ਨੇ ਆਹ ਕਹਿ ਦਿੱਤਾ। ਅੱਜ ਹੀ ਮੈਂ ਪੜ੍ਹਿਆ ਸੀ ਕਿ ਖਾਲਸਾ ਏਡ ਨੇ ਕੁਝ ਮਸਾਜ ਚੇਅਰ ਦਿੱਤੀਆਂ। ਹਾਂਜੀ ਬਿਲਕੁਲ। ਉਹ ਤਾਂ ਔਰ ਇੱਕ ਚੈਨਲ ਕਹਿ ਰਿਹਾ ਸੀ ਕਿ ਇਹ ਜੀ ਉਸ ਆਰਗੇਨਾਈਜੇਸ਼ਨ ਨੇ ਡੋਨੇਟ ਕੀਤਾ ਜਿਹੜਾ ਬੱਬਰ ਖਾਲਸਾ ਦਾ ਉਹ ਮਾਊਥ ਪੀਸ ਹੈਗਾ। ਠੀਕ ਹੈ ਜੀ। ਔਰ ਇਸ ਤਰ੍ਹਾਂ ਪ੍ਰੋਜੈਕਟ ਕੀਤਾ ਕਿ ਜਿਸ ਤਰ੍ਹਾਂ ਬਹੁਤ ਵੱਡੇ ਹਥਿਆਰ ਪ੍ਰੋਵਾਈਡ ਕੀਤੇ ਜਾਣ। ਉਹ ਪੜ੍ਹਨ ਵਾਲਾ ਹੀ ਹੱਸਦਾ ਹੈ ਤੇ ਜਿਹੜਾ ਖਲੋਤੇ ਲਾਗੇ ਉਹ ਵੀ ਦੇਖ ਕੇ ਹੱਸਦੇ ਪਏ ਆ ਕਿ ਸਾਡੀ ਆਹ ਚੀਜ਼ ਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕਰਕੇ ਮੀਡੀਆ ਦਿਖਾ ਰਿਹਾ ਹੈਗਾ। ਉਹ ਤਾਂ ਖੇਤੀਬਾੜੀ ਮੰਤਰੀ ਜਿਹੜਾ ਜੀ ਨਰਿੰਦਰ ਸਿੰਘ ਤੋਮਰ ਅੱਜ ਅਖਬਾਰਾਂ ਪੜ੍ਹ ਕੇ ਸੁਣਾਉਣ ਡਿਆ ਸੀਗਾ ਵੀ ਇਹ ਕਿਸਾਨਾਂ ਨੇ ਪੋਸਟਰ ਬਣਾ ਕੇ ਰੱਖੇ ਹੋਏ ਆ, ਉਹ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਅਸੀਂ ਕਿਸੇ ਨਾ ਕਿਸੇ ਜੁਰਮ ਦੇ ਵਿੱਚ ਅੰਦਰ ਕੀਤਾ ਹੋਇਆ। ਉਹ ਜੁਰਮ ਕਿਹੜੇ ਆ ਕਿ ਉਹ ਬੁੱਧੀਜੀਵੀ ਹੈ, ਉਹ ਇੰਟੈਲੀਜੈਂਟ ਹੈ। ਠੀਕ ਹੈ ਜੀ। ਉਹਨਾਂ ਨੇ ਲੋਕਾਂ ਦੀ ਗੱਲ ਕੀਤੀ ਸੀ, ਲੋਕਾਂ ਦੀ ਬਾਂਹ ਫੜੀ ਸੀ, ਲੋਕਾਂ ਦਾ ਦਰਦ ਸਮਝਿਆ ਸੀ, ਲੋਕਾਂ ਦੀ ਅਗਵਾਈ ਕਰਨ ਦੇ ਵਿੱਚ ਉਹਨਾਂ 'ਚ ਕਪੈਸਿਟੀ ਸੀ। ਤੁਸੀਂ ਸਰਕਾਰਾਂ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਅੰਦਰ ਕੀਤੇ। ਕਿ ਸਾਈਂ ਬਾਬਾ ਨਾਂ ਇੱਕ ਬੰਦੇ ਦਾ, ਪ੍ਰੋਫੈਸਰ ਸਾਈਂ ਬਾਬਾ, ਉਹ ਦੇਖੋ ਅੰਗਹੀਣ ਹੈ। ਠੀਕ ਹੈ ਜੀ। ਵੀਲ ਚੇਅਰ ਤੇ ਹੈਗਾ, ਸਰਕਾਰ ਨੂੰ ਉਹ ਤੋਂ ਖਤਰਾ ਵੀ ਉਹ ਤੁਰਤਾ ਤਾਂ ਹੁੰਦਾ ਨਹੀਂ। ਠੀਕ ਹੈ ਜੀ। ਸਰਕਾਰ ਉਹ ਤੋਂ ਖਤਰਾ ਮਹਿਸੂਸ ਕਰਦੀ ਹੈਗੀ। ਇਸ ਤਰੀਕੇ ਨਾਲ ਇਹ ਕਾਰਪੋਰੇਟ ਜਿਹੜੇ ਆ ਜਾਂ ਕਾਰਪੋਰੇਟਾਂ ਦੇ ਘਰਾਣਿਆਂ ਦੇ ਜਿਹੜੇ ਇਹ ਉਹਨਾਂ ਦਾ ਪੱਖ ਪੂਰਨ ਵਾਲੇ, ਉਹਨਾਂ ਦੇ ਲਈ ਕਾਨੂੰਨ ਬਣਾਉਣ ਵਾਲੇ ਲੋਕਾਂ ਦਾ ਇਹ ਹਾਲ ਹੈ। ਹਾਂਜੀ। ਜਿਉਂਦੇ ਤੁਸੀਂ ਆਏ ਹੋ, ਚੰਗੀਆਂ ਗੱਲਾਂ ਹੋਈਆਂ ਤੇ ਵਿਸ਼ਾ ਬਹੁਤ ਵੱਡਾ। ਨਿਤ ਨਵੀਆਂ ਜਿਹੜੀਆਂ ਤਬਦੀਲੀਆਂ ਉੱਥੇ ਆ ਰਹੀਆਂ, ਨਿਤ ਨਵੀਆਂ ਚੇਂਜਸ ਆ ਰਹੀਆਂ, ਉਹ ਚੇਂਜਸ ਦਾ ਜ਼ਿਕਰ ਕਰਨਾ ਵੀ ਬਣਦਾ ਸੀ। ਕੁਛ ਮੇਰੇ ਦਿਮਾਗ 'ਚ ਗੱਲ ਸੀ ਕਿ ਕਾਰਪੋਰੇਟਸ ਦਾ ਚਿਹਰਾ ਜਿਹੜਾ ਵਾ ਉਹ ਜ਼ਰੂਰ ਨੰਗਾ ਹੋਣਾ ਚਾਹੀਦਾ। ਕਿਉਂ ਨੰਗਾ ਹੋਣਾ ਚਾਹੀਦਾ? ਕਿਉਂਕਿ ਕਾਰਪੋਰੇਟ ਖੁਦ ਉੱਥੇ ਬਿਆਨ ਦੇਣ ਲਈ ਮਜਬੂਰ ਹੋ ਗਏ। ਅੱਜ ਕੱਲ੍ਹ ਲੋਕੀ ਤਾਂ ਸਰਕਾਰ ਨਾਲ ਲੜਦੇ ਪਏ, ਕਿਸਾਨ ਤਾਂ ਸਰਕਾਰ ਨਾਲ ਝਗੜਦੇ ਪਏ, ਤੇ ਕਾਰਪੋਰੇਟ ਨੂੰ ਬਿਆਨ ਦੇਣ ਦੀ ਕੀ ਲੋੜ ਪੈ ਗਈ ਸੀ? ਇਹਦਾ ਮਤਲਬ ਕਾਰਪੋਰੇਟ ਨੂੰ ਪਤਾ ਲੱਗ ਗਿਆ ਕਿ ਸਰਕਾਰ ਜਿਹੜੀ ਆ ਹੁਣ ਇਸ ਹਸੀਅਤ ਵਿੱਚ ਨਹੀਂ ਰਹੀ ਕਿ ਉਹ ਕਿਸਾਨਾਂ ਨੂੰ ਸੈਟੀਸਫਾਈ ਕਰ ਲਵੇ। ਉਹਨਾਂ ਨੇ ਆਪ ਦਾ ਬਿਆਨ ਦਿੱਤਾ। ਤਾਂ ਸਾਡਾ ਫਰਜ਼ ਬਣਦਾ ਸੀ ਕਿ ਕਾਰਪੋਰੇਟ ਦਾ ਚਿਹਰਾ ਜਿਹੜਾ ਉਹ ਲੋਕਾਂ ਸਾਹਮਣੇ ਲੈਂਦਾ ਜਾਵੇ। ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ।